presented by Signature Global City 37D Independent Premium Floors Sector 37D Gurugram, co-powered by Rakesh Masale। असली स्वाद बांटने से बढ़ता है। ਪਠਾਨਕੋਟ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਾਧੇ ਨਿਸ਼ਾਨੇ ਕਿਹਾ, ਦੇਸ਼ ਦੀ ਵੰਡ ਵੇਲੇ ਕਰਤਾਰਪੁਰ ਕਾਂਗਰਸ ਨੇ ਪਾਕਿਸਤਾਨ ਨੂੰ ਦਿੱਤਾ ਤਾਂ ਆਪ ਨੂੰ ਕਾਂਗਰਸ ਦਾ ਦੱਸੀ ਆ ਫੋਟੋਕਾਪੀ। ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਬਨਾਰਸ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੰਤ ਰਵਿਦਾਸ ਜੀ ਦੇ ਜਨਮ ਸਥਾਨ ਤੇ ਹੋਏ ਨਤਮਸਤਕ। ਕਰੀਬ 45 ਮਿੰਟ ਕੀਰਤਨ ਸੁਣਨ ਮਗਰੋਂ ਚੰਨੀ ਨੇ ਸ਼ਰਧਾਲੂਆਂ ਨਾਲ ਵੀ ਕੀਤੀ ਮੁਲਾਕਾਤ। रविदास जयंती मौके आम आदमी पार्टी के कौमी कन्वीनर और पंजाब च आम आदमी पार्टी का सीएम चेहरा भगवंत मान जलंधर के बूटा मंडी इलाके च भगत रविदास जी के रविदास धाम विखे हुए नतमस्तक। ਅੰਮ੍ਰਿਤਸਰ ਚ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ। ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਹੋਏ ਸ਼ਾਮਲ। ਕੇਜਰੀਵਾਲ ਤੇ ਭਗਵੰਤ ਮਾਨ ਨੇ ਰਿੰਟੂ ਦਾ ਪਾਰਟੀ ਚ ਕੀਤਾ ਸਵਾਗਤ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਗਾ ਦੇ ਕਸਬਾ ਬਦਨੀ ਕਲਾਂ 'ਚ ਰੈਲੀ ਦੌਰਾਨ ਵਿਰੋਧੀਆਂ ਦੇ ਸਾਧੇ ਨਿਸ਼ਾਨੇ ਕਿਹਾ, ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਤੇ ਕਾਂਗਰਸ ਨੇ ਲਾਈ ਰੋਕ। ਬੋਲੇ ਸਾਡੀ ਸਰਕਾਰ ਵੇਲੇ ਹੋਇਆ ਸੀ ਵਿਕਾਸ। ਕਲਾਕਾਰੀ ਤੋਂ ਸਿਆਸਤ 'ਚ ਆਏ ਅਤੇ ਮਾਨਸਾ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੇ ਸਿੱਧੂ ਮੂਸੇਵਾਲਾ ਦੇ ਹੱਕ 'ਚ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੇ ਕੀਤਾ ਚੋਣ ਪ੍ਰਚਾਰ। ਬੋਲੇ ਸਿੱਧੂ ਨੂੰ ਹਰ ਨਵੇਂ ਕੰਮ 'ਚ ਮਿਲਦੀ ਹੈ ਕਾਮਯਾਬੀ, ਲੋਕਾਂ ਨੂੰ ਸਿੱਧੂ ਮੂਸੇਵਾਲਾ ਦੇ ਪੱਖ 'ਚ ਵੋਟ ਪਾਉਣ ਦੀ ਕੀਤੀ ਅਪੀਲ। ਸਤਿ ਸ਼੍ਰੀ ਅਕਾਲ, ਨਮਸਕਾਰ। ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਬਲਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਡਿਬੇਟ। ਸੋ ਗੱਲਬਾਤ ਕਰਾਂਗੇ ਪੰਜਾਬ ਦੀਆਂ ਮੁਸ਼ਕਲਾਂ ਦੀ, ਪੰਜਾਬ ਦੀਆਂ ਸਮੱਸਿਆਵਾਂ ਦੀ, ਪੰਜਾਬ ਦੇ ਮਸਲੇ ਨੇ ਜਿਹੜੇ, ਪੰਜਾਬ ਦੇ ਮਸਲੇ ਜਿਹੜੇ ਹਮੇਸ਼ਾ ਤੋਂ ਲੋਕ ਚੁੱਕਦੇ ਨੇ ਜਾਂ ਕਹਿ ਲਈਏ ਕਿ ਮੀਡੀਆ ਚੁੱਕਦਾ ਹੈ ਔਰ ਕਿਤੇ ਨਾ ਕਿਤੇ ਪਾਰਟੀਆਂ ਵੀ ਜਿਹੜਾ ਉਸ ਮਸਲਿਆਂ ਨੂੰ ਐਡਰੈਸ ਕਰਦੀਆਂ ਨੇ। ਉਸ ਮਸਲੇ ਨੂੰ ਲੈ ਕੇ ਵਾਅਦੇ ਹੁੰਦੇ ਨੇ, ਕਈ ਤਰ੍ਹਾਂ ਦੇ ਐਲਾਨ ਹੁੰਦੇ ਨੇ, ਪਰ ਮਸਲੇ ਫਿਰ ਵੀ ਜਿਉਂ ਦੇ ਤਿਉਂ ਬਰਕਰਾਰ ਰਹਿੰਦੇ ਨੇ। ਔਰ ਕੁਝ ਮਸਲੇ ਅਜਿਹੇ ਜਿਨ੍ਹਾਂ ਦੇ ਉੱਪਰ ਕਈ ਦਹਾਕਿਆਂ ਤੋਂ ਲਗਾਤਾਰ ਚਰਚਾਵਾਂ ਹੋ ਰਹੀਆਂ ਨੇ, ਪਰ ਇੱਕ ਤੋਂ ਬਾਅਦ ਇੱਕ ਸਰਕਾਰ ਜ਼ਰੂਰ ਬਦਲ ਜਾਂਦੀ ਹੈ, ਪਰ ਉਹ ਮਸਲੇ ਨੇ ਜਿਹੜੇ ਜਿਉਂ ਦੇ ਤਿਉਂ ਬਣੇ ਰਹਿੰਦੇ ਨੇ। ਉਹ ਮਸਲਿਆਂ ਦਾ ਹੱਲ ਜਿਹੜਾ ਉਹ ਨਹੀਂ ਹੋ ਪਾਉਂਦਾ। ਖੈਰ, ਫਿਲਹਾਲ ਦੀ ਗੱਲ ਕਰੀਏ ਤਾਂ ਚੋਣ ਪ੍ਰਚਾਰ ਹੈਗਾ ਉਹ ਆਖਰੀ ਪੜਾਅ ਦੇ ਵਿੱਚ ਹੈਗਾ। 5 ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ। ਪੰਜਾਬ ਦੇ ਵਿੱਚ ਵੀ ਸਾਰੀ ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਹੈ ਜਿਹੜੀ ਉਹ ਚੋਣ ਪ੍ਰਚਾਰ ਦੇ ਵਿੱਚ ਝੋਕ ਦਿੱਤੀ ਹੈ। ਵੱਖ-ਵੱਖ ਥਾਵਾਂ ਦੇ ਉੱਪਰ ਰੈਲੀਆਂ, ਰੋਡ ਸ਼ੋਅ, ਪ੍ਰਚਾਰ ਜਿਹੜਾ ਡੋਰ ਟੂ ਡੋਰ ਜਾ ਕੇ ਵੀ ਕੀਤਾ ਜਾ ਰਿਹਾ ਪਾਰਟੀਆਂ ਦੇ ਵੱਲੋਂ। ਸਾਰੇ ਪਾਰਟੀਆਂ ਦੀ ਕਹਿ ਲਈਏ ਕਿ ਹਾਈ ਕਮਾਂਡ ਹੈ ਜਿਹੜੀ ਇੱਕ ਹਿਸਾਬ ਨਾਲ ਉਹ ਪੰਜਾਬ ਦੇ ਵਿੱਚ ਪਹੁੰਚੀ ਹੋਈ ਹੈ। ਚਾਹੇ ਪ੍ਰਿਯੰਕਾ ਗਾਂਧੀ ਦਾ ਜ਼ਿਕਰ ਹੋਵੇ, ਰਾਹੁਲ ਗਾਂਧੀ ਉਹਨਾਂ ਦਾ ਜ਼ਿਕਰ ਹੋਵੇ, ਨਿਤਿਨ ਗਡਕਰੀ ਦਾ ਜ਼ਿਕਰ ਹੋਵੇ, ਪ੍ਰਧਾਨ ਮੰਤਰੀ ਮੋਦੀ ਦਾ ਜ਼ਿਕਰ ਹੋਵੇ। ਪ੍ਰਧਾਨ ਮੰਤਰੀ ਮੋਦੀ ਉਹਨਾਂ ਨੇ ਅੱਜ ਪਠਾਨਕੋਟ ਦੇ ਵਿੱਚ ਰੈਲੀ ਕੀਤੀ, ਕਾਂਗਰਸ ਦੇ ਉੱਪਰ ਬੜੇ ਤਿੱਖੇ ਨਿਸ਼ਾਨੇ ਸਾਧੇ ਤੇ ਕਹਿ ਦਿੱਤਾ ਕਿ ਜੋ ਵੰਡ ਵੇਲੇ, ਦੇਸ਼ ਦੀ ਵੰਡ ਵੇਲੇ ਜਿਹੜਾ ਕਰਤਾਰਪੁਰ ਸਾਹਿਬ ਹੈ ਉਹ ਕਿਤੇ ਨਾ ਕਿਤੇ ਕਾਂਗਰਸ ਨੇ ਪਾਕਿਸਤਾਨ ਨੂੰ ਦਿੱਤਾ ਤੇ ਕਿਹਾ ਕਿ ਕੀ ਇਹ 6 ਕਿਲੋਮੀਟਰ ਦਾ ਇਲਾਕਾ ਜਿਹੜਾ ਉਹ ਦੇਸ਼ ਆਪਣੇ ਕੋਲ ਨਹੀਂ ਸੀ ਰੱਖ ਸਕਦਾ। ਇਸ ਚੀਜ਼ ਦੀ ਗੱਲ ਕਰਦੇ ਹੋਏ ਨਜ਼ਰ ਆਏ ਪ੍ਰਧਾਨ ਮੰਤਰੀ ਮੋਦੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉੱਪਰ ਵੀ ਨਿਸ਼ਾਨਾ ਲਾਤਾ ਤੇ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਕਾਂਗਰਸ ਦੀ ਹੀ ਫੋਟੋਕਾਪੀ ਹੈ। ਇਸ ਚੀਜ਼ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ। ਇਸ ਦੇ ਨਾਲ ਹੀ ਹੋਰ ਵੀ ਕਈ ਥਾਵਾਂ ਤੇ ਸਿੱਧੂ ਮੂਸੇਵਾਲਾ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਔਰ ਹਰ ਇਲਾਕੇ ਦੇ ਵਿੱਚ, ਹਰ ਹਲਕੇ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਹੈ ਜਿਹੜਾ ਉਹ ਆਖਰੀ ਪੜਾਵਾਂ ਦੇ ਉੱਪਰ ਹੈ, ਕਿਉਂਕਿ 18 ਤਰੀਕ ਤੱਕ ਇਹ ਚੋਣ ਪ੍ਰਚਾਰ ਜਿਹੜਾ ਕੀਤਾ ਜਾਣਾ ਹੈਗਾ। ਇਸ ਦੇ ਵਿਚਾਲੇ ਮੈਂ ਤੁਹਾਨੂੰ ਇੱਕ ਅੰਕੜਾ ਸ਼ੇਅਰ ਕਰ ਦੇਣਾ, ਇੱਕ ਜਾਣਕਾਰੀ ਦੇ ਦੇਣਾ ਕਿ 15 ਫਰਵਰੀ ਤੱਕ 449.55 ਕਰੋੜ ਰੁਪਏ ਦਾ ਜਿਹੜਾ ਨਾਜਾਇਜ਼ ਸਮਾਨ ਹੈਗਾ, ਚਾਹੇ ਉਹਦੇ 'ਚ ਨਜਾਇਜ਼ ਸ਼ਰਾਬ ਹੋਵੇ ਜਾਂ ਨਸ਼ੀਲਾ ਪਦਾਰਥ ਹੋਵੇ, ਚੋਣ ਕਮਿਸ਼ਨ ਦੇ ਵੱਲੋਂ ਜ਼ਬਤ ਕਰ ਲਿਆ ਗਿਆ। ਮੈਂ ਦੁਬਾਰਾ ਦੁਹਰਾ ਦਿੰਦਾ कि 15 फरवरी तक 449.55 करोड़ रुपए का
ਜਿਹੜਾ ਉਹ ਨਾਜਾਇਜ਼ ਸਮਾਨ, ਸ਼ਰਾਬ ਕਹਿ ਲਓ, ਨਸ਼ਾ ਕਹਿ ਲਓ, ਕੁਝ ਵੀ ਕਹਿ ਲਓ, ਉਹ ਚੀਜ਼ ਜਿਹੜੀ ਆ ਉਹ ਜ਼ਬਤ ਕੀਤੀ ਗਈ ਹੈ। ਸੋ ਫਿਲਹਾਲ ਦੀ ਫਿਗਰਸ ਇਹ ਹੈਗੀਆਂ ਨੇ। ਇਸ ਮੌਕੇ ਤੁਹਾਨੂੰ ਇਹ ਵੀ ਸੁਣਾ ਦਿੰਦੇ ਆ ਕਿ ਪ੍ਰਧਾਨ ਮੰਤਰੀ ਨੇ ਅੱਜ ਪਠਾਨਕੋਟ ਦੀ ਰੈਲੀ ਦੇ ਵਿੱਚ ਕੀ ਕੁਝ ਕਿਹਾ, ਕਿਉਂਕਿ ਬੜੇ ਹੀ ਤਿੱਖੇ ਨਿਸ਼ਾਨੇ ਨੇ ਜਿਹੜੇ ਉਹ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਦੇ ਉੱਪਰ ਸਾਧੇ ਨੇ, ਆਮ ਆਦਮੀ ਪਾਰਟੀ ਦੇ ਉੱਪਰ ਸਾਧੇ ਨੇ, ਔਰ ਕਿਤੇ ਨਾ ਕਿਤੇ ਇਹ ਗੱਲ ਕਹੀ ਹੈ ਕਿ ਭਾਜਪਾ ਨੂੰ ਲੈ ਕੇ ਆਓ ਤਾਂ ਹੀ ਕਿਸਾਨੀ ਬਚ ਸਕਦੀ ਹੈ, ਤਾਂ ਹੀ ਪੰਜਾਬ ਬਚ ਸਕਦਾ ਹੈ। ਔਰ ਸੁਰੱਖਿਆ ਦਾ ਮੁੱਦਾ ਜਿਹੜਾ ਉਹ ਭਾਜਪਾ ਲਗਾਤਾਰ ਉਭਾਰਦੀ ਵੀ ਰਹੀ ਹੈ, ਲਗਾਤਾਰ ਉਸ ਮਸਲੇ ਤੇ ਉੱਪਰ ਕੇਂਦਰਿਤ ਵੀ ਕਰਦੀ ਰਹੀ ਆ ਲੋਕਾਂ ਦਾ ਧਿਆਨ। ਸੋ ਪਹਿਲਾਂ ਪ੍ਰਧਾਨ ਮੰਤਰੀ ਨੂੰ ਸੁਣਾ ਦਿੰਦੇ ਆ, ਉਸ ਤੋਂ ਬਾਅਦ ਡਿਬੇਟ ਕੰਟੀਨਿਊ ਕਰਾਂਗੇ। ਡਿਬੇਟ ਕਰਾਂਗੇ ਕਿ ਪੰਜਾਬ ਦੇ ਲਈ ਕਿਹੜਾ ਮਾਡਲ ਅਪਣਾਉਣਾ ਚਾਹੀਦਾ ਕਿ ਪੰਜਾਬ ਖੁਸ਼ਹਾਲ ਹੋਵੇ, ਪੰਜਾਬ ਸੁਨਹਿਰੀ ਬਣੇ, ਪੰਜਾਬ ਦੁਬਾਰਾ ਰੰਗਲਾ ਪੰਜਾਬ ਕਹਿਲਾ ਸਕੇ, ਕਿਉਂਕਿ ਲਗਾਤਾਰ ਕਈ ਮਾਡਲਾਂ ਦਾ ਜ਼ਿਕਰ ਹੋ ਰਿਹਾ, ਚਾਹੇ ਉਹ ਸਿੱਧੂ ਮਾਡਲ ਦਾ ਜ਼ਿਕਰ ਹੋਵੇ ਜਿਸ ਚੋਂ ਪੰਜਾਬ ਮਾਡਲ ਦੀ ਜ਼ਿਕਰ ਕਰਦੇ ਨੇ, ਚਾਹੇ ਉਹ ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਦਾ ਜ਼ਿਕਰ ਹੋਵੇ, ਉਹ ਕਹਿੰਦੇ ਨੇ ਕਿ ਜਿਵੇਂ ਦਿੱਲੀ ਦੇ ਵਿੱਚ ਤਰੱਕੀ ਕੀਤੀ ਹੈ ਉਵੇਂ ਪੰਜਾਬ ਦੇ ਵਿੱਚ ਕਰਾਂਗੇ। ਬੀਜੇਪੀ ਕਹਿੰਦੀ ਹੈ ਕਿ ਜਿਸ ਤਰੀਕੇ ਨਾਲ ਗੁਜਰਾਤ ਦੇ ਵਿੱਚ ਵਿਕਾਸ ਕੀਤਾ ਜਾਂ ਯੂਪੀ ਦੇ ਵਿੱਚ ਵਿਕਾਸ ਕੀਤਾ ਉਸ ਚੀਜ਼ ਦਾ ਜ਼ਿਕਰ ਕਰਾਂਗੇ। ਔਰ ਸ਼੍ਰੋਮਣੀ ਅਕਾਲੀ ਦਲ ਕਹਿੰਦੀ ਹੈ ਕਿ ਅਸੀਂ 10 ਸਾਲ ਦੇ ਵਿੱਚ ਜਿਹੜਾ ਵਿਕਾਸ ਕੀਤਾ ਉਹ ਮਾਡਲ ਜਿਹੜਾ ਦੇਖਣਾ ਚਾਹੀਦਾ। ਸੋ ਪਹਿਲਾਂ ਤੁਹਾਨੂੰ ਪ੍ਰਧਾਨ ਮੰਤਰੀ ਦੀ ਉਹ ਬਿਆਨ ਸੁਣਾ ਦਿੰਦੇ ਆ, ਉਸ ਤੋਂ ਬਾਅਦ ਜਿਹੜਾ ਚਰਚਾ ਨੂੰ ਸ਼ੁਰੂ ਕਰਾਂਗੇ। के लोग फेंक नहीं थे, क्या इनको इतनी समझ नहीं आई कि 6 किलोमीटर दूर सीमा से हमारे गुरु नानक देव जी की तपोभूमि, क्या विभाजन के समय वो 6 किलोमीटर और गुरु नानक देव जी की पवित्र भूमि भारत में रख सकते थे कि नहीं रख सकते थे? रख सकते थे कि नहीं रख सकते थे? रखना चाहिए था कि नहीं था? जरा हिम्मत से बताओ, रखना चाहिए था कि नहीं रखना चाहिए था? ये पाप किया है कि नहीं किया उन्होंने? हमारी भावनाओं को कुचला है कि नहीं कुचला है? दूसरी घटना, 65 की लड़ाई हुई, भारत की सेना लाहौर में झंडा फरकाने की ताकत के साथ आगे बढ़ रही थी। बढ़ रही थी कि नहीं बढ़ रही थी? बढ़ रही थी कि नहीं बढ़ रही थी? अगर 65 की लड़ाई में थोड़ा 2 कदम आगे जाते तो गुरु नानक देव जी की तपोभूमि हमारे पास होती कि नहीं होती? होती कि नहीं होती? वो पहला मौका चूक गए विभाजन के समय, दूसरा मौका चूक गए 65 की लड़ाई में, और फिर बांग्लादेश की लड़ाई हुई। बांग्लादेश की लड़ाई हुई, 90,000 पाकिस्तान के सैनिकों ने हिंदुस्तान की सेना के सामने घुटने टेक दिए। 90,000 सैनिक हमारी कैद में थे, हिंदुस्तान की कैद में थे। अगर दिल्ली में बैठी हुई सरकार में दम होता तो उनको कह देते कि 90,000 सैनिक तुम्हें तब मिलेंगे जब हमें हमारे गुरु नानक देव की तपोभूमि वापस मिलेगी। ये काम उनको करना चाहिए था कि नहीं करना चाहिए था? 3 बार मौके मिले, उन्होंने गवा दिए। 3 बार मौके मिले, गवा दिए। भाइयों बहनों, मैंने आज लड़ाई तो थी नहीं, कूटनीतिक ताकत से कॉरिडोर बनाया, और कल तक जो दूरबीन से गुरु महाराज की तपोभूमि के दर्शन करते थे, आज मेरे श्रद्धालु वहां जाकर के दर्शन कर करके आ जाते हैं। भाइयों, ਸੋ ਸਾਫ਼ ਤੌਰ ਤੇ ਨਰਿੰਦਰ ਮੋਦੀ ਨੇ ਜਿਹੜੇ ਉਹ ਕਾਂਗਰਸ ਦੇ ਉੱਪਰ ਨਿਸ਼ਾਨਾ ਲਾ ਰਹੇ ਨੇ ਇਸ ਮਸਲੇ ਨੂੰ ਲੈ ਕੇ, ਖਾਸ ਤੌਰ ਤੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਮਸਲੇ ਨੂੰ ਲੈ ਕੇ। ਸੋ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਆਰਪੀਐਸ ਮਲਹੋਤਰਾ ਜੁੜੇ ਹੋਏ ਨੇ, ਸ਼੍ਰੋਮਣੀ ਅਕਾਲੀ ਦਲ ਤੋਂ ਅਮਰਦੀਪ ਸਿੰਘ ਧਾਰਨੀ ਜੁੜੇ ਹੋਏ ਨੇ, ਕਾਂਗਰਸ ਤੋਂ ਵਿਨੋਦ ਭਾਰਤੀ, ਬੀਜੇਪੀ ਤੋਂ ਗੁਰਦੀਪ ਸਿੰਘ ਗੋਸ਼ਾ ਜੁੜੇ ਹੋਏ ਨੇ, ਔਰ ਸੰਯੁਕਤ ਸਮਾਜ ਮੋਰਚੇ ਤੋਂ ਤਰਲੋਚਨ ਲਾਲੀ ਜੁੜੇ ਹੋਏ ਨੇ। तमाम ਮਹਿਮਾਨਾਂ ਦਾ ਇੰਡੀਆ ਨਿਊਜ਼ ਪੰਜਾਬ ਦੇ ਉੱਪਰ ਮੈਂ ਬਹੁਤ-ਬਹੁਤ ਸਵਾਗਤ ਕਰਦਾ। ਧਾਰਨੀ ਸਾਹਿਬ, ਸ਼ੁਰੂਆਤ ਤੁਹਾਡੇ ਤੋਂ ਹੀ ਕਰਨਾ ਚਾਹੂੰਗਾ। 10 ਸਾਲ ਤੁਹਾਡੀ ਸਰਕਾਰ ਰਹੀ ਹੈਗੀ ਹੈ ਔਰ ਤੁਸੀਂ ਕਹਿੰਦੇ ਹੋ ਕਿ ਬੇਤਹਾਸ਼ਾ ਜਿਹੜਾ ਉਹ ਵਿਕਾਸ ਕੀਤਾ ਹੈਗਾ, ਪਰ ਅੱਜ ਜੇਕਰ ਬੀਜੇਪੀ ਤੁਹਾਡੀ ਭਾਈਵਾਲ ਪਾਰਟੀ ਰਹੀ ਹੈ, ਅੱਜ ਜੇਕਰ ਉਹ ਪੰਜਾਬ ਦੇ ਵਿੱਚ ਚੋਣ ਲੜ ਰਹੀ ਹੈ ਜਾਂ ਕਹਿ ਲਓ ਬਾਕੀ ਪਾਰਟੀਆਂ ਵੀ ਲੜ ਰਹੀਆਂ, ਪਰ ਮੈਂ ਬੀਜੇਪੀ ਦਾ ਖਾਸ ਤੌਰ ਤੇ ਜ਼ਿਕਰ ਇਸ ਕਰਕੇ ਕਰ ਰਿਹਾ ਕਿਉਂਕਿ ਤੁਹਾਡੀ ਭਾਈਵਾਲ ਪਾਰਟੀ ਰਹੀ ਹੈ, ਉਹ ਕਹਿੰਦੇ ਕਿ ਕੁਝ ਹੋਇਆ ਹੀ ਨਹੀਂ ਹੈਗਾ।
ਅਸੀਂ ਆਵਾਂਗੇ ਤਾਂ ਅਸੀਂ ਕਿਸਾਨੀ ਨੂੰ ਬਿਹਤਰ ਕਰਾਂਗੇ, ਅਸੀਂ ਆਵਾਂਗੇ ਤਾਂ ਸੁਰੱਖਿਆ ਦਾ ਮੁੱਦਾ ਬਿਹਤਰ ਹੋਊਗਾ, ਅਸੀਂ ਆਵਾਂਗੇ ਤਾਂ ਜਿਹੜਾ ਨੌਕਰੀ ਸੈਕਟਰ ਹੈ ਉਸ ਨੂੰ ਬਿਹਤਰ ਕਰਾਂਗੇ। ਤਮਾਮ ਮਸਲਿਆਂ ਦੇ ਉੱਪਰ ਉਹ ਗੱਲ ਕਰ ਰਹੇ ਨੇ। ਅਗਰ ਉਹਨਾਂ ਦੀ ਗੱਲ ਸੁਣੀਏ ਤਾਂ ਇਦਾਂ ਲੱਗਦਾ ਕਿ ਪੰਜਾਬ ਦੇ ਵਿੱਚ ਕਦੇ ਕੁਝ ਬਿਹਤਰ ਹੋਇਆ ਹੀ ਨਹੀਂ ਹੈ। ਇਸ ਦਾ ਜਵਾਬ ਜਿਹੜਾ ਹੈਗਾ ਗੋਸ਼ਾ ਸਾਹਿਬ ਬੈਟਰ ਦੇਣਗੇ ਕਿ ਪੰਜਾਬ ਦੇ ਵਿੱਚ ਪਿਛਲੇ 10 ਸਾਲ ਦੇ ਵਿੱਚ ਕੁਝ ਵਧੀਆ ਹੋਇਆ ਜਾਂ ਨਹੀਂ ਹੋਇਆ। ਨੰਬਰ 2 ਤੇ ਕਿ ਪੰਜਾਬ ਦੇ ਵਿੱਚ ਮੈਂ ਇੰਨਾ ਹੀ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਆਹੀ ਸੀ ਜਾਂ ਉਸ ਤੋਂ ਪਹਿਲਾਂ। ਮੈਂ 2007 ਤੋਂ ਬਾਅਦ ਦੀਆਂ ਗੱਲਾਂ ਕਰਦਾ। 2007 ਤੋਂ ਪਹਿਲਾਂ ਪਰ ਆਪਾਂ ਚਲੇ ਜਾਈਏ ਕੀ ਇਨਫਰਾਸਟ੍ਰਕਚਰ ਇਹੀ ਸੀ? ਕਿ ਜਿੰਨੇ ਹਵਾਈ ਅੱਡਿਆਂ ਦੀ ਗੱਲ ਕਰੀਏ ਕੀ ਇਹ ਉਹੀ ਸੀ? ਕਿ ਜਿਹੜੇ ਹਸਪੀਟਲ ਏਮਸ ਵਰਗੇ ਲਿਆਂਦੇ ਗਏ ਕੀ ਕਿਸੇ ਨੇ ਹੋਰ ਨੇ ਲਿਆਂਦੇ? ਕਿ IIT ਰੋਪੜ ਕਿਸੇ ਹੋਰ ਨੇ ਲਿਆਂਦੀ? ਕਿ ਜਿਹੜਾ ਮੈਨੇਜਮੈਂਟ ਕਾਲਜ ਜਿਹੜਾ ਉਹਦੇ ਵਿੱਚ ਬਣਿਆ ਹੈਗਾ ਮੋਹਾਲੀ ਦੇ ਵਿੱਚ ਕਿਸੇ ਹੋਰ ਨੇ ਲਿਆਂਦਾ? ਕਿ ਕਿਸਾਨਾਂ ਦੇ ਜਿਹੜੇ ਹੈਗੇ ਆ ਸਬਸਿਡੀਆਂ ਜਿਹੜੀਆਂ ਹੈਗੀਆਂ ਕੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ? ਕਿ ਮੈਂ ਪੁੱਛਦਾ ਕਿ ਟਿਊਬਵੈਲ ਜਿਹੜੇ ਹੈਗੇ ਆ ਤਕਰੀਬਨ 15-16 ਲੱਖ ਟਿਊਬਵੈਲ ਦੇ ਵਿੱਚੋਂ 13 ਲੱਖ ਦੇ ਕਰੀਬ ਜਿਹੜੇ ਹੈਗੇ ਆ ਟਿਊਬਵੈਲ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਦੇ ਵਿੱਚ ਦਿੱਤੇ ਗਏ ਹੈਗੇ ਆ। ਮੈਂ ਪੁੱਛਦਾ ਕਿ ਜਿਹੜੀ ਕਾਂਗਰਸ ਹੈਗੀ ਆ ਜਿਸ ਦਿਨ 2002 ਦੇ ਵਿੱਚ ਆਈ ਸੀ, ਤੁਸੀਂ ਚੱਕ ਕੇ ਦੇਖੋ ਕਿ ਪਹਿਲਾ ਆਰਡਰ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕੀਤਾ ਗਿਆ ਸੀ ਕਿ ਕੋਈ ਨੌਕਰੀ ਜਿਹੜੀ ਹੈਗੀ ਆ ਸਰਕਾਰੀ ਨੌਕਰੀ ਉਸ ਦੀ ਭਰਤੀ ਨਹੀਂ ਖੋਲੀ ਜਾਏਗੀ। ਇਸ ਵਾਰ ਵੀ ਇਹੀ ਕੁਝ ਹੋਇਆ। ਸੋ ਇਸ ਕਰਕੇ ਪਿਛਲੇ ਟਾਈਮ ਦੇ ਵਿੱਚ ਦੀਆਂ ਜਾਂ ਪੁਲਿਸ ਅਫਸਰਾਂ ਦੀਆਂ ਜਾਂ ਸਬ ਇੰਸਪੈਕਟਰਾਂ ਦੀਆਂ ਜਿੰਨੀਆਂ ਪੋਸਟਾਂ ਹੋਈਆਂ ਉਹ ਸਾਰੀ ਦੀਆਂ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਦੇ ਉੱਤੇ ਹੋਈਆਂ। ਤੇ ਗੋਸ਼ਾ ਸਾਹਿਬ ਇਸ ਗੱਲ ਨੂੰ ਡਿਨਾਈ ਕਰਨ ਕਿ ਕੁਝ ਨਹੀਂ ਹੋਇਆ ਹੈਗਾ, ਫਿਰ ਮੈਂ ਅਗਲੇ ਜਵਾਬ ਦਊਂਗਾ ਇਹਨਾਂ ਨੂੰ। ਚਲੋ ਠੀਕ ਹੈ ਧਾਰਨੀ ਸਾਹਿਬ, ਤੁਸੀਂ ਮੈਂ ਸਵਾਲ ਇਹ ਤਾਂ ਕੀਤਾ ਸੀ ਕਿਉਂਕਿ ਵੱਖ-ਵੱਖ ਰੈਲੀਆਂ ਦੇ ਵਿੱਚ ਬੀਜੇਪੀ ਇਹ ਪ੍ਰਚਾਰ ਕਰ ਰਹੀ ਹੈ ਕਿ ਪੰਜਾਬ ਜਿਹੜਾ ਹੈ ਉਸ ਨੂੰ ਬਿਹਤਰ ਬਣਾਵਾਂਗੇ। ਗੁਜਰਾਤ ਮਾਡਲ ਦਾ ਜ਼ਿਕਰ ਕੀਤਾ ਜਾ ਰਿਹਾ, ਯੂਪੀ ਮਾਡਲ ਦਾ ਜ਼ਿਕਰ ਕੀਤਾ ਜਾ ਰਿਹਾ। ਤੁਹਾਨੂੰ ਲੱਗਦਾ ਕਿ ਯੂਪੀ ਤੇ ਗੁਜਰਾਤ ਦੇ ਨਾਲੋਂ ਸਥਿਤੀ ਪੰਜਾਬ ਦੀ ਬਿਹਤਰ ਹੈ, ਮੰਨਦੇ ਹੋ? ਬਿਲਕੁਲ ਬਿਹਤਰ ਹੈ ਜੀ। ਦੇਖੋ ਯੂਪੀ ਦੇ ਨਾਲ ਅੱਜ ਬੀਜੇਪੀ ਪੰਜਾਬ ਨੂੰ ਯੂਪੀ ਦੇ ਨਾਲ ਮਿਲਾ ਰਹੀ ਹੈ। ਮੈਂ ਇਹਨਾਂ ਨੂੰ ਪਿਛਲੇ 5 ਸਾਲ ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਹੈ ਟੋਟਲ ਜਿਹੜੀ ਹੈਗੀ ਹੈ ਇਹਨਾਂ ਦੀ ਸਰਕਾਰ ਰਹੀ ਹੈ ਔਰ ਬਹੁਤ ਮਤ ਦੇ ਵਿੱਚ ਸਰਕਾਰ ਰਹੀ ਹੈ। ਫਿਰ ਜਿੰਨਾ ਪ੍ਰਵਾਸੀ ਹੈਗਾ ਯੂਪੀ ਦਾ ਉਹ ਪੰਜਾਬ ਨੂੰ ਕਿਉਂ ਆਉਂਦਾ ਹੈਗਾ? ਉੱਥੇ ਉਸ ਮਾਡਲ ਦੇ ਵਿੱਚ ਆਪਣੇ ਆਪ ਨੂੰ ਕਿਉਂ ਉਹ ਨਹੀਂ ਕਰ ਰਿਹਾ? ਔਰ ਗੁਜਰਾਤ ਹੈ ਜਿਹੜਾ ਪੂਰੇ ਦਾ ਪੂਰਾ ਖਾਲੀ ਹੋ ਰਿਹਾ ਹੈਗਾ, ਉਹ ਸਾਰਾ ਜਿਹੜਾ ਹੈਗਾ ਅਮਰੀਕਾ ਕੈਨੇਡਾ ਕਿਉਂ ਜਾ ਰਿਹਾ ਹੈਗਾ? ਜੇ ਮਾਡਲ ਬਹੁਤ ਵਧੀਆ ਹੋਵੇ ਤਾਂ ਲੋਕ ਉੱਥੇ ਹੀ ਰਹਿਣ। ਸੋ ਇਹ ਐਵੇਂ ਗੱਲਾਂ ਹੈਗੀ ਹੈ। ਦੇਖੋ ਹਾਲ ਇਹ ਨਹੀਂ ਹੈਗਾ ਅਸੀਂ ਇੱਕ ਡੈਮੋਕ੍ਰੈਟਿਕ ਕੰਟਰੀ ਹੈਗੀ ਹੋਏ ਹੈਗੇ ਆ ਕਿ ਇਹਦਾ ਮਤਲਬ ਸੈਂਟਰ ਸਰਕਾਰਾਂ ਜਿਹੜੀਆਂ ਹੈਗੀਆਂ ਇੱਕ ਸਟੇਟ ਨੂੰ ਜਿਹੜਾ ਹੈਗਾ ਇੱਕ ਮਾਡਲ ਬਣਾ ਰਹੀਆਂ ਹੈਗੀਆਂ, ਦੂਜੀ ਸਟੇਟ ਜਿਹੜੀ ਹੈਗੀ ਆ ਹੌਲੀ ਹੌਲੀ ਜਿਹੜੀ ਹੈਗੀ ਆ ਉਸ ਨੂੰ ਭੰਡਣ ਦਾ ਪ੍ਰਚਾਰ ਕਰ ਰਹੀਆਂ ਹੈਗੀਆਂ। ਸਾਹਿਬ ਤੁਹਾਡਾ ਪੁਆਇੰਟ ਮੇਰੇ ਕੋਲ ਆ ਗਿਆ। ਆਪਾਂ ਸਿੱਧਾ ਰੁਖ ਕਰਦੇ ਹਾਂ ਬੀਜੇਪੀ ਦੇ ਬੁਲਾਰੇ ਜਿਹੜੇ ਗੁਰਦੀਪ ਸਿੰਘ ਗੋਸ਼ਾ ਬਣੇ ਹੋਏ ਨੇ। ਗੋਸ਼ਾ ਸਾਹਿਬ ਸੁਣਿਆ ਤੁਸੀਂ ਅਕਾਲੀ ਦਲ ਦੇ ਬੁਲਾਰੇ ਉਹਨਾਂ ਨੂੰ ਧਾਰਨੀ ਉਹਨਾਂ ਨੂੰ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਗੁਜਰਾਤ ਮਾਡਲ ਦੀ ਤਰਜ਼ ਦੇ ਉੱਪਰ ਵਿਕਾਸ ਕਰਾਂਗੇ, ਯੂਪੀ ਮਾਡਲ ਦੀ ਤਰਜ਼ ਦੇ ਉੱਪਰ ਵਿਕਾਸ ਕਰਾਂਗੇ ਔਰ ਜੋ ਧਾਰਨੀ ਸਾਹਿਬ ਕਹਿ ਰਹੇ ਨੇ ਸਹਿਮਤ ਹੋ ਉਸ ਗੱਲ ਦੇ ਨਾਲ? ਦੇਖੋ ਧਾਰਨੀ ਸਾਹਿਬ ਸਤਿਕਾਰਯੋਗ ਵੱਡੇ ਵੀਰ ਹੈ। ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਜਿੰਨੀਆਂ ਉਹਨਾਂ ਨੇ ਸਕੀਮਾਂ ਤੁਹਾਨੂੰ ਦੱਸੀਆਂ ਨਾ ਤਕਰੀਬਨ 90% ਕੇਂਦਰ ਸਰਕਾਰ ਦੀ ਦੇਣ ਹੈ। ਮੈਂ ਹੁਣ ਇਹਦੇ ਵਿਵਾਦ 'ਚ ਨਹੀਂ ਪੈਣਾ ਚਾਹੁੰਦਾ, ਇਹਨਾਂ ਨੂੰ ਸਾਰਾ ਕੁਝ ਪਤਾ ਜਿਹੜੀਆਂ ਸ਼ਹੀਦਾਂ ਦੀਆਂ ਯਾਦਗਾਰਾਂ ਬਣੀਆਂ, ਇਨਫਰਾਸਟ੍ਰਕਚਰ ਤੇ ਕੰਮ ਹੋਇਆ ਜਾਂ 에ਅਰਪੋਰਟ ਬਣਿਆ ਜਾਂ IIT ਬਣਿਆ, ਹੱਬ ਬਣਿਆ, ਉਹ ਸਾਰਾ ਹੀ ਕੇਂਦਰ ਸਰਕਾਰ ਦੀ ਦੇਣਾ। ਹੁਣ ਅਗਲੀ ਗੱਲ ਮੈਂ ਕਰ ਦੇਣਾ ਚਾਹੁੰਦਾ, ਅੱਜ ਨਵੇਂ ਪੰਜਾਬ ਦੀ ਗੱਲ ਕਿਉਂ ਕੀਤੀ ਜਾ ਰਹੀ? ਕਿਹੜਾ ਮਾਡਲ ਦਿੱਤਾ ਜਾਏਗਾ ਪੰਜਾਬ ਨੂੰ? ਪੰਜਾਬ ਦੇ ਵਿੱਚ ਮਾਡਲ ਨਵੇਂ ਪੰਜਾਬ ਦੀ ਗੱਲ ਕਿਉਂ ਕੀਤੀ ਜਾਂਦੀ ਹੈ? ਗੁਜਰਾਤ ਦੀ ਗੱਲ ਕਿਉਂ ਕੀਤੀ ਜਾਂਦੀ ਹੈ? ਅੱਜ ਪੰਜਾਬ ਜਿਹੜਾ ਪਹਿਲੇ ਨੰਬਰ ਦਾ ਸੂਬਾ ਸੀਗਾ ਅੱਜ 23ਵੇਂ ਨੰਬਰ ਤੇ ਚੱਲ ਰਿਹਾ। ਪੰਜਾਬ ਦੇ ਹਾਲਾਤ ਬਹੁਤ ਮਾੜੇ ਆ। ਇੱਥੇ ਮਾਫੀਆ ਬੜਾ ਚੱਲ ਰਿਹਾ, ਨਸ਼ਾ ਮਾਫੀਆ, ਫਲਾਣਾ ਮਾਫੀਆ, ਟਰਾਂਸਪੋਰਟ ਮਾਫੀਆ, ਫਲਾਣਾ ਮਾਫੀਆ। ਇਹ ਮਾਫੀਆ ਤੋਂ ਦੂਰ ਭੂ ਮਾਫੀਆ ਵੀ ਇੱਥੇ ਬੜਾ ਸਕਰੀਆ ਹੈ। ਤੇ ਮੈਂ ਇਹ ਕਹਿਣਾ ਚਾਹੁੰਦਾ ਅੱਜ ਨਵੇਂ ਪੰਜਾਬ ਦੀ ਗੱਲ ਕਿਉਂ ਕੀਤੀ ਜਾਂਦੀ ਹੈ? ਗੋਸ਼ਾ ਸਾਹਿਬ ਠੀਕ ਹੈ, ਤੁਸੀਂ ਆਪਣੀ ਗੱਲ ਕੰਪਲੀਟ ਕਰਿਓ। ਗੋਸ਼ਾ ਸਾਹਿਬ ਤੁਸੀਂ ਕਿਹਾ ਕਿ ਪੰਜਾਬ ਪਹਿਲੇ ਨੰਬਰ ਤੇ ਹੁੰਦਾ ਸੀ, ਹੁਣ ਉਹ ਥੱਲੇ ਆ ਗਿਆ। ਕੀ ਇਹ ਇੱਕਦਮ ਆਇਆ ਜਾਂ ਇਹਨੂੰ ਸਮਾਂ ਲੱਗਿਆ ਆਉਣ ਨੂੰ?
ਨਹੀਂ ਸਮਾਂ ਲੱਗਿਆ ਜੀ। ਮੈਂ ਨਹੀਂ ਕਹਿੰਦਾ, ਇਹਦੇ ਬੜੀਆਂ ਪਾਲਿਸੀਆਂ ਜਿਹੜੀਆਂ ਜਿੰਨੀਆਂ ਵੀ ਪੰਜਾਬ ਦੇ ਅੰਦਰ ਸਰਕਾਰਾਂ ਆਈਆਂ, ਇਹਨਾਂ ਦੀਆਂ ਪਾਲਿਸੀਆਂ ਜੇ ਚੰਗੀਆਂ ਨਹੀਂ ਰਹੀਆਂ ਤਾਂ ਸਟੇਟ ਡੇ ਬਾਈ ਡੇ ਸਰਕਾਰ ਤਾਂ ਫਿਰ ਗੋਸ਼ਾ ਸਾਹਿਬ ਤੁਹਾਡੀ ਵੀ ਭਾਈਵਾਲ ਦੇ ਵਿੱਚ ਰਹੀ ਹੈ ਅਕਾਲੀ ਦਲ ਦੇ ਨਾਲ। ਦੇਖੋ ਮੈਂ ਬਿਲਕੁਲ, ਅਸੀਂ ਜਿਹੜੀਆਂ ਚਾਬੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀਆਂ ਸੀ, ਇਹਨਾਂ ਨੂੰ ਮੋਹਰੀ ਅੱਗੇ ਰੱਖਿਆ ਸੀ ਵੀ ਕੰਮ ਕਰਨਾ ਸੀ। ਇਹ ਨਹੀਂ ਕਹਿੰਦੇ ਕੰਮ ਨਹੀਂ ਹੋਇਆ, ਪਰ ਕੰਮ ਜਿਹੜਾ ਹੋਣਾ ਚਾਹੀਦਾ ਸੀ ਨਹੀਂ ਕਰ ਪਾਏ। ਸਟੇਟਾਂ ਨੂੰ ਆਪਾਂ ਪਿੱਛੇ ਲੈ ਜਾਂਦੇ ਰਹੇ। ਜਿਹੜਾ ਕਰਜ਼ਾ ਹੋਰ ਹੁੰਦਾ ਰਿਹਾ 5 ਸਾਲ ਦੇ ਵਿੱਚ ਦੇਖ ਲਓ, 1 ਲੱਖ ਕਰੋੜ ਦਾ ਕਰਜ਼ਾ ਤਾਂ ਹੋਰ ਚੜ ਗਿਆ। ਇਹ 3 ਲੱਖ ਦੇ ਕਰੋੜ ਦੇ ਕਰੀਬ 2 ਕਰੋੜ 96 ਲੱਖ ਦੇ ਕਰੀਬ ਕਰਜ਼ਾ ਹੋ ਚੁੱਕਾ। ਆਪਾਂ ਇਹ ਚੀਜ਼ਾਂ ਤੋਂ ਬਾਹਰ ਕਿੱਦਾਂ ਆ ਸਕਦੇ ਆ? ਦੇਖੋ ਅੱਜ ਫ੍ਰੀ ਦੀਆਂ ਚੀਜ਼ਾਂ ਵੰਡੀਆਂ ਜਾ ਰਹੀਆਂ, ਆ ਵੀ ਫ੍ਰੀ, ਉਹ ਵੀ ਫ੍ਰੀ, ਉਹ ਵੀ ਫ੍ਰੀ। ਅਸੀਂ ਉਹਨਾਂ ਨੂੰ ਸક્ષਮ ਨਹੀਂ ਕਰ ਪਾ ਰਹੇ, ਲੋਕਾਂ ਨੂੰ ਪੈਰਾਂ ਤੇ ਖੜਾ ਨਹੀਂ ਕਰ ਪਾ ਰਹੇ। ਹੁਣ ਜਿਹੜੀਆਂ ਸਾਡਾ ਚੋਣ ਮੈਨੀਫੈਸਟੋ ਹੈ ਉਹ ਤੁਸੀਂ ਚੈੱਕ ਕਰ ਲਓ। ਅਸੀਂ ਚੀਜ਼ਾਂ ਕੀ ਰੱਖੀਆਂ, ਅਸੀਂ ਲੋਕਾਂ ਨੂੰ ਦੇਣਾ ਕੀ ਹੈ? ਉਹਨਾਂ ਨੂੰ ਦੇਣਾ ਕਿ ਅਸੀਂ ਪਹਿਲਾਂ ਤਾਂ ਸક્ષਮ ਜਿਹੜੇ ਯੁਵਾ ਯੋਜਨਾ ਰੱਖੀ ਹੈ, ਕਿਉਂਕਿ ਨੌਜਵਾਨਾਂ ਨੂੰ ਕੰਮ ਦੀ ਜ਼ਰੂਰਤ ਹੈ। 150 ਘੰਟੇ ਕੰਮ ਦਿੱਤਾ ਜਾਊਗਾ 1 ਮਹੀਨੇ ਦੇ ਵਿੱਚ। ਜਿਹੜੇ ਪਹਿਲਾਂ 150 ਘੰਟੇ ਦਿੱਤਾ ਜਾਊਗਾ, ਫਿਰ ਹੌਲੀ ਹੌਲੀ ਉਹਨਾਂ ਨੂੰ, ਇਹ 2 ਸਾਲ ਦੀ ਸਕੀਮ ਹੈ, ਫਿਰ ਉਹਨਾਂ ਨੂੰ ਰੈਗੂਲਰ ਕਰਨ ਦੀ ਗੱਲ ਕੀਤੀ ਜਾਊਗੀ। ਫਿਰ ਗ੍ਰੈਜੂਏਟ ਜਿਹੜੇ ਨੌਜਵਾਨ ਹੋਣਗੇ ਉਹਨਾਂ ਨੂੰ 4000 ਰੁਪਇਆ 2 ਈਅਰ ਦਿੱਤਾ ਜਾਏਗਾ ਪਰ ਮੰਥ ਦੇ ਹਿਸਾਬ ਨਾਲ, ਵੀ ਜਦ ਤੱਕ ਉਹ ਗ੍ਰੈਜੂਏਟ ਆਪਣੇ ਕੰਮਾਂ ਕਾਰਾਂ ਦੇ ਵਿੱਚ ਯੋਗ ਨਾ ਹੋ ਜਾਵੇ ਉਦੋਂ ਤੱਕ ਉਹਨਾਂ ਨੂੰ ਦਿੱਤਾ ਜਾਊਗਾ। ਫਿਰ ਬਿਜ਼ਨਸ ਵਾਸਤੇ ਜਿਹੜਾ ਸਟਾਰਟਅਪ ਹੈ, ਕੋਈ ਵੀ ਨਵਾਂ ਕੰਮ, ਛੋਟਾ ਕੰਮ ਕਰਨਾ ਹੋਵੇ, ਉਹਨਾਂ ਵਾਸਤੇ 5000 ਰੁਪਏ ਦਾ ਫੰਡ ਵੱਖਰਾ ਰੱਖਿਆ। 3 ਸਟੇਟ ਯੂਨੀਵਰਸਿਟੀ ਅਸੀਂ ਗੱਲ ਕੀਤੀ ਹੈ ਵੀ 3 ਸਟੇਟ ਦੇ ਵਿੱਚ ਯੂਨੀਵਰਸਿਟੀਆਂ ਲੈ ਕੇ ਆਵਾਂਗੇ। 2 ਅੱਛਾ ਤੁਸੀਂ ਗੋਸ਼ਾ ਸਾਹਿਬ ਠੀਕ ਹੈ ਤੁਸੀਂ ਆਪਣਾ ਗਿਣਾ ਰਹੇ ਹੋ, ਮੈਨੀਫੈਸਟੋ ਗਿਣਾ ਰਹੇ ਹੋ, ਠੀਕ ਹੈ। ਤੁਸੀਂ ਜ਼ਿਕਰ ਕੀਤਾ ਬੇਰੋਜ਼ਗਾਰੀ ਭੱਤੇ ਦਾ, ਇਹ ਵੀ ਤੁਹਾਡੇ ਮੈਨੀਫੈਸਟੋ ਦਾ ਹੀ ਪਾਰਟ ਹੈ ਕਿ 4000 ਰੁਪਇਆ ਮਹੀਨਾ ਜਿਹੜਾ ਉਹ ਬੇਰੋਜ਼ਗਾਰੀ ਭੱਤਾ ਨੌਜਵਾਨਾਂ ਨੂੰ ਦਿੱਤਾ ਜਾਏਗਾ। ਤੁਹਾਨੂੰ ਯਾਦ ਹੈ ਕੈਪਟਨ ਅਮਰਿੰਦਰ ਸਿੰਘ ਨੇ, ਹੁਣ ਤੁਹਾਡੇ ਭਾਈਵਾਲ ਨੇ ਕੈਪਟਨ ਅਮਰਿੰਦਰ ਸਿੰਘ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਿਲਕੁਲ ਅਜਿਹਾ ਹੀ ਇੱਕ ਵਾਅਦਾ ਕੀਤਾ ਸੀ ਕਿ ਬੇਰੋਜ਼ਗਾਰੀ ਭੱਤਾ ਦੇਵਾਂਗੇ, ਜਿਹੜੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲੇਗਾ। 4.5 ਸਾਲ ਉਹਦੀ ਸਰਕਾਰ ਰਹੀ, ਹਾਲੇ ਤੱਕ ਮਿਲਿਆ ਨਹੀਂ। ਮੈਂ ਸਮਝਦਾ ਵੀ ਕੇਂਦਰ ਸਰਕਾਰ ਜਿਹੜੇ ਸਰਕਾਰ ਰਹੀ ਹੈ ਕਾਂਗਰਸ ਦੀ, ਉਹਨਾਂ ਦੀ ਜਿਹੜੀ ਫਿਲਾਸਫੀ ਹੈ ਨਹਿਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਇੱਕੋ ਹੀ ਚੱਲ ਰਹੀ ਹੈ। ਜਿਹੜਾ ਬੰਦਾ ਉਹਨਾਂ ਦੇ ਜਿਹੜਾ ਚਿਹਰੇ ਬਦਲ ਜਾਂਦੇ ਆ ਨਾ, ਉਹਨਾਂ ਦੇ ਪਿੱਛੋਂ ਜਿਹੜੀਆਂ ਰਿਮੋਟ ਉਹੀ ਚੱਲਦਾ, ਉਹ ਜੋ ਕਹਿੰਦੇ ਉਹੀ ਹੁੰਦਾ ਆ। ਇੱਥੇ ਸੀਐਮ ਸਾਹਿਬ ਦੀ ਕੋਈ ਇੱਥੇ ਉਹਨਾਂ ਦੀ ਵੈਲਿਊ ਨਹੀਂ ਗਿਣੀ ਜਾਂਦੀ, ਤਾਂ ਹੀ ਉਹ ਮੇਰੇ ਖਿਆਲ ਜੋ ਹੈ ਉਹਨਾਂ ਦੇ ਵਿੱਚ ਨਹੀਂ। ਜੇ ਉਹਨਾਂ ਦੇ ਵਿੱਚ ਹੁੰਦੇ ਸ਼ਾਇਦ ਜਿਹੜੇ ਲਾਸਟ ਵਾਲੇ 3 ਮਹੀਨੇ ਦੇ ਜਿਹੜੇ ਐਲਾਨ ਆ ਸ਼ਾਇਦ ਉਹਨਾਂ ਤੋਂ ਕਰਵਾਉਣੇ ਸੀ, ਪਰ ਇਹਨਾਂ ਨੂੰ ਜਿਹੜਾ ਮਾਫਿਕ ਹੁੰਦਾ ਕੰਮ ਕਰਦੇ। ਪਰ ਮੈਂ ਆਪਣੀ ਗੱਲ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਸਕਦਾ, ਕਿਉਂਕਿ ਮੈਂ ਭਾਰਤੀ ਜਨਤਾ ਪਾਰਟੀ ਦਾ ਬੁਲਾਰਾ। ਸਾਡਾ ਕੰਮ ਹੈ ਨਵਾਂ ਪੰਜਾਬ ਦੀ ਰਚਨਾ ਕਰਨੀ, ਕਿਉਂਕਿ ਅਸੀਂ ਗੁਜਰਾਤ ਦਾ ਮਾਡਲ ਦਿਖਾ ਕੇ ਕਰ ਸਕਦੇ ਹਾਂ, ਯੂਪੀ ਦਾ ਜਿਹਦੇ ਵਿੱਚ ਬੜੀ ਬਦਮਾਸ਼ੀ ਚੱਲਦੀ ਹੁੰਦੀ ਸੀ, ਸਟੇਟ ਬੜੀ ਪਿੱਛੇ ਸੀ, ਅੱਜ ਯੂਪੀ ਦੇਖੋ ਕਿਹੜੇ ਨੰਬਰ ਤੇ ਜਾ ਰਿਹਾ। ਇਹ ਕਾਰਨ ਕੀ ਹੈ? ਕਾਰਨ ਹੈ ਉੱਥੇ ਦੇ ਲੀਡਰ, ਸਾਡੀ ਸੋਚ, ਸਾਡੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਹੈ ਨਾ, ਇਹਦੇ ਵਿੱਚ ਪਿਓ ਦਾ ਪੁੱਤ ਲੀਡਰ ਨਹੀਂ ਬਣਦਾ। ਉੱਥੇ ਤਾਂ 75 ਸਾਲ ਤੋਂ ਕਾਂਗਰਸ 'ਚ ਇੱਕੋ ਹੀ ਚੀਜ਼ ਚੱਲੀ ਜਾ ਰਹੀ ਹੈ। ਸਾਡਾ ਸਿਰਫ ਇੱਕੋ ਹੀ ਮਤਲਬ ਹੈ ਕਿ ਲੋਕ ਪੰਜਾਬ ਦੇ, ਕਿਉਂਕਿ ਚੌਪੱਖੀ ਵਿਕਾਸ ਹੈ, ਇਕੱਲਾ ਇੱਕ ਵਿਕਾਸ ਨਹੀਂਗਾ, ਉਹਦੇ 'ਚ ਉਦਯੋਗ ਵੀ ਹੈ, ਉਹਦੇ ਵਿੱਚ ਖੇਤੀਬਾੜੀ ਵੀ ਹੈ, ਉਹਦੇ ਵਿੱਚ ਮਜ਼ਦੂਰ ਵੀ ਹੈ, ਉਹਦੇ ਵਿੱਚ ਹੈਲਥ ਸਿਸਟਮ ਵੀ ਹੈ, ਉਹ 'ਚ ਐਜੂਕੇਸ਼ਨ ਸਿਸਟਮ ਵੀ ਹੈ। ਅਸੀਂ ਪੰਜੋ ਚੀਜ਼ਾਂ ਤੇ ਕੰਮ ਕਰਕੇ, ਚਲੋ ਸ਼ੁਕਰ ਹੈ ਤਾੜੀਆਂ ਤਾਂ ਤੁਸੀਂ ਮਾਰੀਆਂ ਨਾ, ਸਾਡੇ ਤਾੜੀਆਂ ਜਿਹੜੀਆਂ ਆਪਣੇ ਤੁਹਾਡੇ ਵਾਂਗੂ ਠੋਕੋ ਤਾੜੀ ਵਾਲੇ ਤਾਂ ਨਹੀਂ ਵੀ ਅਸੀਂ ਤਾੜੀਆਂ ਕਹਿ ਕੇ ਮਰਵਾਨੇ। ਸਾਡਾ ਇੱਕੋ ਇੱਕ ਕੰਮ ਹੈ, ਅਸੀਂ ਸਕਿੱਲ ਡਿਵੈਲਪਮੈਂਟ ਤੇ ਨੌਜਵਾਨਾਂ ਨੂੰ ਅੱਗੇ ਲੈ ਕੇ ਜਾਵਾਂਗੇ, ਪੈਰਾਂ ਤੇ ਖੜੇ ਕਰਾਂਗੇ, ਤਾਂ ਜੋ ਜਿਹੜੇ ਛੋਟੇ ਉਦਯੋਗ ਲਗਾ ਕੇ ਉਹਨਾਂ ਦਾ ਜਿਹੜਾ ਸਕਿੱਲ ਹੈ ਉਹ ਬਾਹਰ ਆਵੇ ਤੇ ਲੋਕਾਂ ਤੱਕ ਜਾ ਸਕੇ। ਭਾਰਤੀ ਜਨਤਾ ਪਾਰਟੀ ਦਾ ਇਹੀ ਹੈ ਸਟੇਟਸ ਕਿ ਜਿਹੜਾ ਕੰਮ ਅਸੀਂ ਇਨ ਬਿਨ ਜੋ ਪਹਿਲੇ ਵੀ ਚੋਣ ਮੈਨੀਫੈਸਟੋ ਕੱਢ ਲਓ, ਕੇਂਦਰ ਸਰਕਾਰ ਨੇ ਜੋ ਕੀਤੇ ਜਿਹੜੀ ਸਟੇਟ 'ਚ ਕੀਤੇ ਉਹ ਕਰਕੇ ਦਿਖਾਇਆ। ਅਸੀਂ ਝੂਠ ਨਹੀਂ ਬੋਲਦੇ, ਅਸੀਂ ਆਪਣੀ। ਠੀਕ ਹੈ ਗੋਸ਼ਾ ਸਾਹਿਬ, ਤੁਹਾਡਾ ਪੁਆਇੰਟ ਆ ਗਿਆ। ਮੈਂ ਆਮ ਆਦਮੀ ਪਾਰਟੀ ਦੇ ਬੁਲਾਰੇ RPS ਮਲਹੋਤਰਾ ਕੋ ਜਾਊਂਗਾ। ਮਲਹੋਤਰਾ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਦਿੱਲੀ ਦੀ ਤਰਜ਼ ਦੇ ਉੱਪਰ ਵਿਕਾਸ ਕਰਾਂਗੇ, ਦਿੱਲੀ ਦਾ ਮਾਡਲ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਲੈ ਕੇ ਆਵਾਂਗੇ। ਬੀਜੇਪੀ ਕਹਿੰਦੀ ਹੈ ਕਿ ਤੁਹਾਡੇ ਦਿੱਲੀ ਮਾਡਲ ਦੇ ਨਾਲੋਂ ਤਾਂ ਸਾਡਾ ਯੂਪੀ ਦਾ ਤੇ ਗੁਜਰਾਤ ਮਾਡਲ ਚੰਗਾ ਹੈਗਾ, ਅਸੀਂ ਗੁੰਡਾਗਰਦੀ ਖਤਮ ਕੀਤੀ ਹੈ ਯੂਪੀ ਮਾਡਲ ਦੇ ਵਿੱਚ। ਦੇਖੋ ਬਲਦੀਪ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਮੈਂ ਗੋਸ਼ਾ ਸਾਹਿਬ ਦੀ ਗੱਲ ਤੇ ਤਾੜੀਆਂ ਕਿਉਂ ਮਾਰੀਆਂ। ਦੇਖੋ ਕਿੰਨੀ ਹਿੰਮਤ ਹੈ ਇਹਨਾਂ ਲੋਕਾਂ ਵਿੱਚ ਕਿ ਇਹਨਾਂ ਦੀ ਸੋਚ ਕੁਝ ਹੁੰਦੀ ਹੈ, ਇਹਨਾਂ ਦੀ ਜ਼ੁਬਾਨ ਤੇ ਕੁਝ ਹੋਰ ਹੁੰਦਾ। ਕਿੰਨਾ ਇਹਨਾਂ ਨੇ ਮਹਾਰਤ ਹਾਸਲ ਕਰ ਲਈ ਲੋਕਾਂ ਅੱਗੇ ਝੂਠ ਬੋਲਣ ਵਿੱਚ। ਇਹ ਸਿਰਫ ਬੀਜੇਪੀ ਦੇ ਬੁਲਾਰੇ ਹੀ ਨਹੀਂ ਕਰਦੇ, ਇਹ ਬੀਜੇਪੀ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਵੀ ਕਰਦੇ ਨੇ। ਅੱਜ ਬੜੇ ਅਫਸੋਸ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਕੀ ਕਹਿੰਦਾ ਹੈ ਔਰ ਕੀ ਕਰਦਾ, ਉਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਅਸੀਂ ਅੱਜ ਦੀ ਡੇਟ ਵਿੱਚ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੀ ਜ਼ਬਾਨ ਤੇ ਵਿਸ਼ਵਾਸ ਨਹੀਂ ਕਰ ਸਕਦੇ, ਔਰ ਉਹ ਗੱਲਾਂ ਕਰਦੇ 1947 ਦੀਆਂ, 1965 ਦੀਆਂ, 1971 ਦੀਆਂ। ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਸਟੇਟ ਦੇ ਵਿੱਚ ਇਲੈਕਸ਼ਨ ਹੈਗਾ, ਲੋਕਾਂ ਦੇ ਜਿਹੜੇ ਮੁੱਦੇ ਨੇ, ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ, ਬੇਸਿਕ ਜ਼ਰੂਰਤਾਂ ਨੇ, ਉਹਨਾਂ ਬਾਰੇ ਗੱਲ ਕਰਨ ਦੀ ਬਜਾਏ ਆਪਣੀ ਜ਼ਬਾਨ ਨੂੰ ਲਗਾਮ ਦਿਓ। ਸ਼ਰਮ ਤੁਸੀਂ ਕਰੋ, ਸ਼ਰਮ ਤੁਸੀਂ ਕਰੋ ਮਲਹੋਤਰਾ ਸਾਹਿਬ। ਐ ਨਾ ਜ਼ਬਾਨ ਸੰਭਾਲ ਕੇ ਗੱਲ ਕਰੋ, ਸ਼ਰਮ ਤੁਹਾਨੂੰ ਆਣੀ ਚਾਹੀਦੀ ਹੈ। ਅਸੀਂ 65 ਨਾ ਗਲਤ ਵਰਡ ਨਾ ਯੂਜ਼ ਕਰੋ,
ਬਿਲਕੁਲ ਮਲਹੋਤਰਾ ਸਾਹਿਬ ਗਲਤ ਵਰਡ ਨਾ ਯੂਜ਼ ਕਰੋ। ਆਪਣੀ ਵਾਰੀ ਤੇ ਬੋਲੋ, ਆਪਣੀ ਵਾਰੀ ਤੇ ਬੋਲੋ, ਤੁਸੀਂ ਬੜਾ ਆਪਣੀ ਵਾਰੀ ਤੇ ਬੋਲੋ ਨਾ ਬੋਲੋ। ਸ਼ਰਮ ਆਉਣੀ ਤੁਸੀਂ ਕਰੋ, ਤੁਸੀਂ ਦੇਸ਼ ਨੂੰ ਸ਼ਰਮ ਗੁੰਮਰਾਹ ਕਰਨੀ ਕਰਕੇ ਚਾਹੀਦੀ ਹੈ। ਝੂਠ ਬੋਲਦੇ ਹੋ। ਆਮ ਆਦਮੀ ਪਾਰਟੀ 2 ਵਾਰੀ ਤੁਹਾਡਾ ਪ੍ਰਧਾਨ ਮੰਤਰੀ ਝੂਠ ਬੋਲਦਾ ਲੋਕਾਂ ਅੱਗੇ ਪਿਛਲੇ 10 ਸਾਲ 2007 ਤੋਂ 17 ਤੱਕ। ਚਲੋ ਗੋਸ਼ਾ ਸਾਹਿਬ ਆਪਾਂ ਮੈਂ ਦੋਨਾਂ ਬੁਲਾਰਿਆਂ ਨੂੰ ਅਪੀਲ ਕਰਾਂਗਾ, ਮੈਂ ਦੋਨਾਂ ਬੁਲਾਰਿਆਂ ਨੂੰ ਅਪੀਲ ਕਰਾਂਗਾ ਕਿ ਆਪਾਂ ਇਸ ਤਰੀਕੇ ਨਾਲ ਨਾ ਕਰੀਏ, ਡਿਬੇਟ ਤਰੀਕੇ ਨਾਲ ਕਰੀਏ, ਕਿਉਂਕਿ ਲੋਕਾਂ ਤੱਕ ਵੀ ਗੱਲ ਪਹੁੰਚਣੀ ਹੈ। ਠੀਕ ਹੈ ਗੋਸ਼ਾ ਸਾਹਿਬ, ਠੀਕ ਹੈ, ਮੈਂ ਤੁਹਾਡੇ ਤੋਂ ਰਿਐਕਸ਼ਨ ਲਵਾਂਗਾ, ਮਲਹੋਤਰਾ ਸਾਹਿਬ ਤੁਸੀਂ ਕੰਪਲੀਟ ਕਰੋ। ਹਾਂ ਦੇਖੋ, ਪੰਜਾਬ ਦੇ ਅੱਜ ਲੋਕਾਂ ਦੀਆਂ ਜਿਹੜੀਆਂ ਮੁੱਖ ਸਮੱਸਿਆਵਾਂ ਨੇ, ਸਿਹਤ, ਸਿੱਖਿਆ, ਰੋਜ਼ਗਾਰ। 1.5 ਲੱਖ ਬੱਚਾ ਪੰਜਾਬ ਨੂੰ ਪੜਿਆ ਲਿਖਿਆ ਬੱਚਾ ਜਿਹੜਾ ਪੰਜਾਬ ਨੂੰ ਨੋਟਾਂ ਦੀ ਪੰਡ ਲੈ ਕੇ ਛੱਡ ਕੇ ਜਾ ਰਿਹਾ ਹੈ। ਸਮਾਜਿਕ ਸੁਰੱਖਿਆ, ਬਿਜਲੀ, ਪਾਣੀ, ਭ੍ਰਸ਼ਟਾਚਾਰ, ਮਾਫੀਆ ਰਾਜ, ਬੇਅਦਬੀ ਦੇ ਜਿਹੜੇ ਇਨਸਾਫ ਨਹੀਂ ਹੋਇਆ ਤੇ ਖਾਲੀ ਖਜ਼ਾਨਾ ਸਾਡਾ ਪਿਆ ਹੈਗਾ। ਇਹ ਮੁੱਦੇ ਨੇ ਤੇ ਸਾਡਾ ਪ੍ਰਧਾਨ ਮੰਤਰੀ ਕੀ ਗੱਲਾਂ ਕਰਦਾ ਪਿਆ? ਯਾਨੀ ਕਿ ਉਹ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੇ ਬਾਰੇ ਕੰਸਰਨਡ ਹੀ ਨਹੀਂ ਹੈ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣੀ ਹੈ। ਸੋ ਪੰਜਾਬ ਦੇ ਲੋਕਾਂ ਨੂੰ ਇਹ ਹੁਣ ਸੋਚਣਾ ਪਏਗਾ ਕਿ ਕਿਹੜੀਆਂ ਪਾਰਟੀਆਂ ਨੇ ਜਿਹੜੀਆਂ ਉਹਨਾਂ ਨੂੰ ਗੁੰਮਰਾਹ ਕਰਨਾ ਚਾਹੁੰਦੀਆਂ ਨੇ, ਜਿਹੜੀਆਂ ਉਹਨਾਂ ਨੂੰ ਇਹਨਾਂ ਬੇਸਿਕ ਫੈਸਿਲਿਟੀਜ਼ ਤੋਂ ਵਿਹੂਣਾ ਰੱਖਣਾ ਚਾਹੁੰਦੀਆਂ ਨੇ, ਔਰ ਕਿਹੜੀ ਪਾਰਟੀ ਹੈ ਜਿਹੜੀ ਉਹਨਾਂ ਦੇ ਇਹਨਾਂ ਸਮੱਸਿਆਵਾਂ ਨੂੰ ਪ੍ਰਾਥਮਿਕਤਾ ਦੇ ਤੌਰ ਤੇ ਹੱਲ ਕਰਨਾ ਚਾਹੁੰਦੀ ਹੈ। ਇਹ ਹੁਣ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਨੇ ਔਰ ਇਸ ਵਾਰੀ ਪੰਜਾਬ ਦੇ ਵਿੱਚ ਬਦਲਾਅ ਆ ਕੇ ਰਹੇਗਾ। ਅੱਛਾ ਮਲਹੋਤਰਾ ਸਾਹਿਬ, ਇੱਕ ਕਮੈਂਟ ਜਿਹੜਾ ਪ੍ਰਧਾਨ ਮੰਤਰੀ ਉਹਨਾਂ ਨੇ ਪਠਾਨਕੋਟ ਰੈਲੀ 'ਚ ਇਹ ਵੀ ਕੀਤਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਕਾਂਗਰਸ ਦੀ ਫੋਟੋ ਕਾਪੀ ਹੈ। ਜੀ ਪ੍ਰਧਾਨ ਮੰਤਰੀ ਦਾ ਬਹੁਤ ਕੁਝ ਬੋਲ ਸਕਦੇ ਨੇ, ਉਹਨਾਂ ਨੇ ਤਾਂ 15 ਲੱਖ ਰੁਪਏ ਵੀ ਲੋਕਾਂ ਦੇ ਅਕਾਊਂਟ ਵਿੱਚ ਪਾਤੇ ਤੇ 2 ਕਰੋੜ ਨੌਕਰੀਆਂ ਵੀ ਦੇਤੀਆਂ ਤੇ ਕਿਸਾਨਾਂ ਦੀ ਆਮਦਨ ਵੀ ਦੁੱਗਣੀ ਕਰਤੀ। ਉਹ ਕਹਿੰਦੇ ਕੁਛ ਨੇ, ਕਰਦੇ ਕੁਛ ਨੇ। ਉਹਨਾਂ ਦੇ ਉਹ ਕੀ ਕਹਿ ਜਾਣ। ਉਹ ਅੱਜ ਬੱਚਾ ਵੀ ਜਾਣਦਾ ਕਿ ਪ੍ਰਧਾਨ ਮੰਤਰੀ ਦਾ ਦੂਜਾ ਨਾਮ ਜਿਹੜਾ ਫੇਕੂ ਪੈ ਚੁੱਕਾ। ਤੁਸੀਂ ਪਾਓ ਇੰਟਰਨੈਟ ਤੇ ਫੇਕੂ ਦੇ ਅੱਗੇ ਪ੍ਰਧਾਨ ਮੰਤਰੀ ਦਾ ਹੀ ਨਾਮ ਆਊਗਾ। ਸੋ ਪ੍ਰਧਾਨ ਮੰਤਰੀ ਦੀਆਂ ਗੱਲਾਂ ਨੂੰ ਸੀਰੀਅਸਲੀ ਲੈਣ ਦੀ ਲੋੜ ਨਹੀਂ ਹੈ। ਚਲੋ ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਪ੍ਰਧਾਨ ਮੰਤਰੀ ਦੀ ਗੱਲਾਂ ਨੂੰ ਜਿਹੜਾ ਉਹ ਸੀਰੀਅਸ ਲੈਣ ਦੀ ਲੋੜ ਨਹੀਂ। ਠੀਕ ਹੈ, ਕਾਂਗਰਸ ਦੇ ਬੁਲਾਰੇ ਵੀ ਜੁੜੇ ਹੋਏ ਨੇ, ਵਿਨੋਦ ਭਾਰਤੀ ਜੀ। ਭਾਰਤੀ ਸਾਹਿਬ, ਕਾਂਗਰਸ ਨੇ ਵੀ ਹੁਣ 5 ਸਾਲ ਜਿਹੜਾ ਉਹ ਰਾਜ ਕੀਤਾ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਲੈ ਕੇ ਆ ਰਹੇ ਨੇ, ਇੱਕ ਪਾਸੇ ਚੋਣ ਮੈਨੀਫੈਸਟੋ ਕਮੇਟੀ ਹੈਗੀ ਹੈ। ਕਿਹੜੀ ਚੀਜ਼ ਨਾਲ ਤੁਸੀਂ ਅੱਗੇ ਵਧੋਗੇ ਹੁਣ? ਦੇਖੋ, ਸਿੱਧੂ ਸਾਹਿਬ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰੈਜ਼ੀਡੈਂਟ ਨੇ। ਉਹਨਾਂ ਨੇ ਆਪਣਾ ਇੱਕ ਪ੍ਰੋਗਰਾਮ ਇੰਟਰੋਡਿਊਸ ਕੀਤਾ। ਉਸ ਪ੍ਰੋਗਰਾਮ ਤੇ ਰਾਹੁਲ ਗਾਂਧੀ ਜੀ ਬੋਲੇ ਬਕਾਇਦਾ, ਔਰ ਉਸ ਪ੍ਰੋਗਰਾਮ ਨੂੰ ਮੈਨੀਫੈਸਟੋ ਵਿੱਚ ਐਡ ਕੀਤਾ ਗਿਆ। ਉਹ ਪ੍ਰੋਗਰਾਮ ਬਹੁਤ ਵਧੀਆ ਹੈ ਜੋ ਕੁਝ ਇਹਨਾਂ ਨੇ ਦਿੱਤਾ ਹੈ। ਜੇ ਬੱਚੀਆਂ ਨੂੰ ਕੋਈ ਗ੍ਰਾਂਟ ਦੇਣੀ ਹੈ ਤਾਂ ਉਹਦੇ ਬਾਰੇ ਉਹਨਾਂ ਨੇ ਖੁੱਲ ਕੇ ਦੱਸਿਆ ਵੀ ਆਹ ਇਹਨਾਂ ਦਾ ਪ੍ਰੋਗਰਾਮ ਸੀਗਾ, ਅਸੀਂ ਉਹਨੂੰ ਅਡਾਪਟ ਕਰ ਰਹੇ ਹਾਂ। ਔਰ ਇੱਕ ਹੋਰ ਉਹਨਾਂ ਨੇ ਕਿਹਾ ਵੀ ਜਿਹੜਾ ਸਾਡਾ ਪੰਜਾਬ ਹੈ ਉਹ, ਕਿਉਂਕਿ ਪਹਿਲਾਂ ਤਾਂ ਅਕਾਲੀ ਦਲ ਔਰ ਬੀਜੇਪੀ ਦੀ ਸਰਕਾਰ ਦੇ ਟਾਈਮ ਤੋਂ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਉਹਨਾਂ ਦੇ ਕੰਡੇ ਬਖੇਰੇ ਹੋਏ ਸੀ, ਉਹ ਚੁੱਕਦਿਆਂ ਹੀ ਸਾਲ ਲੰਘ ਗਿਆ। ਉਹਦੇ ਬਾਅਦ ਕੋਵਿਡ ਆ ਗਿਆ। ਜਿਹੜਾ ਸਾਡਾ ਸੀ ਉਹ ਕਰਜ਼ਾ ਦਾ ਕੀ ਉਤਰਨਾ ਸੀ, ਇਨਕਮ ਵੀ ਅੱਗੇ ਬੰਦ ਹੋ ਗਈ। ਸੈਂਟਰਲ ਗਵਰਨਮੈਂਟ ਨੇ GST ਜਿਹੜਾ ਸੀ ਉਹਨੂੰ ਤਰਸਾ ਕੇ ਦੇਣਾ ਸ਼ੁਰੂ ਕੀਤਾ ਤਾਂ ਕਿ ਇਹ ਸਰਕਾਰ ਜਿਹੜੀ ਹੈ ਚੱਲ ਨਾ ਪਾਏ। ਲੇਕਿਨ ਸਰਕਾਰ ਫਿਰ ਵੀ ਚੱਲੀ ਕਿਉਂਕਿ ਅੰਦਰੋਂ ਅੰਦਰੀ ਸਾਂਠ ਗਾਂਠ ਸੀ। ਉਹਦੇ ਕਰਕੇ ਸਰਕਾਰ ਹੌਲੀ ਹੌਲੀ ਚੱਲਦੀ ਰਹੀ। ਜਿਸ ਵਕਤ ਸਰਕਾਰ ਇਹ ਜਦੋਂ ਚੀਫ ਮਿਨਿਸਟਰ ਲਾਇਆ ਗਿਆ, ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ 111 ਦਿਨਾਂ 'ਚ 111 ਮਾਰ ਕੇ ਮਾਰੇ ਆ। 111 ਦਿਨਾਂ ਨੇ ਉਹ ਕਰ ਦਿਖਾਇਆ ਜੋ ਪਿਛਲੇ 10 ਸਾਲਾਂ 'ਚ ਵੀ ਨਹੀਂ ਹੋਇਆ। ਔਰ ਇਸ ਕਰਕੇ ਤੁਸੀਂ ਇਸ ਤੋਂ ਇਲਾਵਾ ਜੇਕਰ ਕੋਈ ਹੋਰ, ਜਿਵੇਂ ਹੁਣ ਉਹਨਾਂ ਨੇ ਸੁਜੈਸਟ ਕੀਤਾ ਸੀ ਕਿ ਜਿਹੜੀ ਸ਼ਰਾਬ ਦੀ ਚੋਰੀ ਹੁੰਦੀ ਹੈ ਜਾਂ ਸ਼ਰਾਬ ਦਾ ਪੂਰਾ ਰੈਵਨਿਊ ਨਹੀਂ ਆਉਂਦਾ, ਉਹਦੇ ਲਈ ਕਾਰਪੋਰੇਸ਼ਨ ਬਣਾਈ ਜਾਏਗੀ ਤਾਮਿਲਨਾਡੂ ਬੇਸਿਸ ਤੇ, ਤਾਮਿਲਨਾਡੂ ਪੈਟਰਨ ਤੇ। ਔਰ ਸਾਡੀ ਜਿਹੜੀ ਇਨਕਮ ਹੈ ਉਹ ਕਈ ਗੁਣਾ ਵੱਧ ਸਕਦੀ ਹੈ। ਔਰ ਜਿਹੜੀ ਗੱਲ ਹੈ ਉਹ ਪ੍ਰੈਕਟੀਕਲ ਹੈ, ਨਾ ਕਿ ਇਹਨੂੰ ਕੋਈ ਥਿਓਰੈਟੀਕਲ ਆਪਾਂ ਮੰਨੀਏ। ਦੂਸਰੀ ਗੱਲ ਇਹ ਕਿ ਜਦੋਂ ਵੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਬੋਲਿਆ, ਉਹ ਪੁਰਾਣੀ ਗੱਲ ਬਿਲਕੁਲ ਨਹੀਂ ਕਰਦੇ। ਜਿੱਦਾਂ ਉਹ ਮਲਹੋਤਰਾ ਜੀ ਨੇ ਕਿਹਾ ਕਿ 15 ਲੱਖ ਰੁਪਇਆ ਹਰੇਕ ਦੇ ਖਾਤੇ 'ਚ ਆ ਜਾਏਗਾ, ਉਹਦੇ ਬਾਰੇ ਗੱਲ ਨਹੀਂ ਕੀਤੀ। 2 ਕਰੋੜ ਰੁਪਏ ਦੀ ਜੌਬ ਦੇਣੀ ਸੀ ਉਹਨਾਂ ਨੇ ਹਰ ਸਾਲ, ਉਹਨਾਂ ਨੇ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ। ਜਿਹੜਾ ਕਰੰਟ ਬਜਟ ਆਇਆ ਉਹਦੇ ਵਿੱਚ ਉਹਨਾਂ ਨੇ 60 ਲੱਖ ਜੌਬ ਤੇ ਆ ਗਏ 2 ਕਰੋੜ ਤੋਂ। ਔਰ ਪਿੱਛੇ 7 ਸਾਲਾਂ ਜਿਹੜੀ 14 ਕਰੋੜ ਨੌਕਰੀਆਂ ਦੇਣੀਆਂ ਸੀ ਉਹਦੇ ਤੋਂ ਬਿਲਕੁਲ ਉਹ ਅੱਖਾਂ ਬੰਦ ਕਰ ਗਏ। ਤੇ ਇਸ ਕਰਕੇ
ਜਿਹੜੀ ਨਾ ਕੋਈ ਯੂਨੀਵਰਸਿਟੀ ਨਾ ਕੋਈ ਕਾਲਜ, ਹੁਣ ਉਹ ਕਹਿੰਦੇ ਅਸੀਂ ਯੂਨੀਵਰਸਿਟੀਆਂ ਵੀ ਖੋਲਾਂਗੇ, ਅਸੀਂ ਕਾਲਜ ਵੀ ਖੋਲਾਂਗੇ। ਕਰੰਟ ਬਜਟ ਜਿਹੜਾ ਹੈ ਉਹ ਲੋਕਾਂ ਦੀਆਂ ਜਿਹੜੀਆਂ ਆਸਾਂ ਚਲੋ ਨੇ ਉਹਨਾਂ ਦੇ ਇਹਦਾ ਜਵਾਬ ਆਪਾਂ ਲਵਾਂਗੇ, ਵਿਨੋਦ ਭਾਰਤੀ ਸਾਹਿਬ ਇਹਦਾ ਜਵਾਬ ਜ਼ਰੂਰ ਲਵਾਂਗੇ। ਮੈਨੂੰ ਇਹ ਦੱਸੋ ਵੀ ਕਾਂਗਰਸ ਨੇ, ਚੰਨੀ ਸਾਹਿਬ ਕਹਿੰਦੇ ਕਿ 36000 ਮੁਲਾਜ਼ਮ ਪੱਕੇ ਕਰਤੇ ਹੋ ਗਏ। ਸਰ ਦੇਖੋ 30000 ਮੁਲਾਜ਼ਮ ਪੱਕੇ ਕਰਨ ਚ ਸਾਡੀ ਨੀਤੀ ਔਰ ਨੀਅਤ ਚ ਕੋਈ ਫਰਕ ਨਹੀਂ, ਕਿਉਂਕਿ ਬੀਜੇਪੀ ਦਾ ਗਵਰਨਰ ਹੈ, ਗਵਰਨਰ ਨੇ ਉਹ ਫਾਈਲ ਦੱਬ ਲਈ। ਉਹ ਫਾਈਲ ਜਦੋਂ ਭੇਜੇਗਾ ਸਾਡੀ ਤਾਂ ਤਿਆਰੀ ਹੈ, ਅਸੀਂ ਤਾਂ 36000 ਦਾ ਉਹ ਤਿਆਰੀ ਕਰਕੇ ਹੀ ਭੇਜਿਆ ਵੀ 36000 ਬੰਦੇ ਅਸੀਂ ਪੱਕੇ ਕਰਨੇ ਆ, ਔਰ ਗਵਰਨਰ ਨੇ ਉਹਨੂੰ ਪਰਮਿਸ਼ਨ ਨਹੀਂ ਦਿੱਤੀ, ਕਿਉਂਕਿ ਬੀਜੇਪੀ ਕਦੀ ਵੀ ਨਹੀਂ ਚਾਹੁੰਦੀ ਦੇਸ਼ ਦਾ ਭਲਾ। ਬੀਜੇਪੀ ਨੂੰ ਸਿਰਫ ਆਪਣੀ ਕੁਰਸੀ ਨਾਲ ਪਿਆਰ ਹੈ, ਬੀਜੇਪੀ ਨੂੰ ਦੇਸ਼ ਦੇ ਲੋਕਾਂ ਨਾਲ ਪਿਆਰ ਨਹੀਂ। ਔਰ ਖਾਸ ਕਰ ਬੀਜੇਪੀ ਪੰਜਾਬ ਦੀ ਦੁਸ਼ਮਣ ਨੰਬਰ 1 ਪਾਰਟੀ ਹੈ, ਜਿਹਨੇ 700 ਕਿਸਾਨਾਂ ਦੀ ਸ਼ਹਾਦਤ ਦਾ ਸਿਹਰਾ ਉਹਦੇ ਸਿਰ ਹੈ, ਔਰ ਉਹਨਾਂ ਨੇ ਨਾ ਪੰਜਾਬ ਨੂੰ ਕਦੀ ਕੋਈ ਡਿਮਾਂਡ ਉਹਦੀ ਪੂਰੀ ਕੀਤੀ, ਇੱਕ ਬਹਾਨਾ ਲਾਤਾ ਜੀ ਮੇਰੀ ਸਿਕਿਉਰਿਟੀ ਪੂਰੀ ਨਹੀਂ ਸੀ। ਅੱਛਾ ਭਾਰਤੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਰੇਤ ਮਾਫੀਆ ਜਿਹੜਾ ਜਾਂ ਸ਼ਰਾਬ ਮਾਫੀਆ ਜਿਹੜਾ ਉਸ ਨੂੰ ਅਸੀਂ ਖਤਮ ਕਰਾਂਗੇ, ਪੰਜਾਬ ਮਾਡਲ ਜੋ ਨਵਜੋਤ ਸਿੰਘ ਸਿੱਧੂ ਦਾ ਹੈ, ਇਸੇ ਚੀਜ਼ ਦਾ ਜ਼ਿਕਰ ਆਮ ਆਦਮੀ ਪਾਰਟੀ ਕਰਦੀ ਹੈ ਕਿ ਅਸੀਂ ਜਿਹੜਾ ਮਾਫੀਆ ਨੂੰ ਖਤਮ ਕਰਕੇ ਉਸ ਤੋਂ ਬਾਅਦ ਖਜ਼ਾਨਾ ਭਰਾਂਗੇ। ਤਾਂ ਦੋਨਾਂ 'ਚ ਫਰਕ ਕੀ ਹੈ, ਡਿਫਰੈਂਸ ਕੀ ਹੈ? ਆਮ ਆਦਮੀ ਪਾਰਟੀ ਦੀ ਜਿਹੜੀ ਨੀਤੀ ਔਰ ਨੀਅਤ ਹੈ ਉਹ ਮੁੰਗੇਰੀ ਲਾਲ ਕੇ ਹਸੀਨ ਸੁਪਨੇ ਆ। ਦਿੱਲੀ 'ਚ ਉਹਨਾਂ ਨੇ ਕੀ ਕੀਤਾ? ਦਿੱਲੀ 'ਚ ਉਹਨਾਂ ਕੋਲ ਇੰਨੀ ਇਨਕਮ ਹੈ 5 ਸਟਾਰ ਹੋਟਲ ਉੱਥੇ, 7 ਸਟਾਰ ਹੋਟਲ ਉੱਥੇ ਦੀ ਜਿਹੜੀ ਇੰਡਸਟਰੀ ਹੈ ਉਹਦਾ ਸਾਰਾ ਰੈਵਨਿਊ ਇਕੱਠਾ ਕਰਦੇ ਨੇ। ਅਸੀਂ ਇੱਥੇ 14000 ਕਰੋੜ ਦੀ ਸਬਸਿਡੀ ਦਿੰਦੇ ਆ, ਇਹ 1500 ਕਰੋੜ ਦੀ ਸਬਸਿਡੀ ਦਿੰਦੇ ਨੇ। ਚੀਚੀ ਉਂਗਲੀ ਤੇ ਖੂਨ ਲਾ ਕੇ ਕਹਿੰਦੇ ਅਸੀਂ ਸ਼ਹੀਦ ਹੋ ਗਏ। ਹਾਊ ਇਜ਼ ਇਟ ਪੋਸੀਬਲ? ਚਲੋ ਠੀਕ ਹੈ, ਤੁਸੀਂ ਇਲਜ਼ਾਮ ਲਾ ਰਹੇ ਹੋ, ਆਪਾਂ ਜਵਾਬ ਜ਼ਰੂਰ ਲਵਾਂਗੇ। ਪਰ ਸੰਯੁਕਤ ਠੀਕ ਹੈ, ਮਲਹੋਤਰਾ ਸਾਹਿਬ ਮੈਂ ਆਉਂਗਾ, ਜਵਾਬ ਲਵਾਂਗਾ। ਸੰਯੁਕਤ ਸਮਾਜ ਮੋਰਚੇ ਦੇ ਤਰਲੋਚਨ ਲਾਲੀ ਜੁੜੇ ਹੋਏ ਨੇ। ਲਾਲੀ ਸਾਹਿਬ, ਤੁਹਾਡੀ ਤਾਂ ਇਹ ਪਹਿਲੀ ਚੋਣ ਹੈਗੀ ਆ, ਕਿਸਾਨ ਜਥੇਬੰਦੀਆਂ ਸੀ ਇਕੱਠੀਆਂ ਹੋਈਆਂ, ਉਹਨਾਂ ਨੇ ਹੁਣ ਇੱਕ ਪਾਰਟੀ ਬਣਾਈ ਹੈ, ਸਿਆਸੀ ਪਾਰਟੀ, ਔਰ ਹੁਣ ਚੋਣ ਲੜਨ ਜਾ ਰਹੇ ਨੇ। ਕਿਵੇਂ ਦੇਖਦੇ ਹੋ? ਤਜਰਬਾ ਮੇਰੇ ਖਿਆਲ ਤੁਸੀਂ ਪਹਿਲਾਂ ਤੁਹਾਨੂੰ ਸਿਆਸਤ ਦਾ ਨਹੀਂ ਹੈਗਾ, ਸੋ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਬਦਲਾਅ ਲੈ ਕੇ ਆਓਗੇ, ਜਦੋਂ ਕਿ ਬੜੇ ਸਿਆਸੀ ਲੀਡਰ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਇਜ਼ ਔਨ ਦਾ ਬ੍ਰਿੰਕ, ਕੰਢੇ ਦੇ ਉੱਪਰ ਹੈ, ਜਾਂ ਤਾਂ ਇਹ ਇਸ ਵਾਰ ਬਦਲ ਜਾਏਗਾ ਜਾਂ ਬਰਬਾਦ ਹੋ ਜਾਏਗਾ। ਦੇਖੋ ਇੱਕ ਗੱਲ ਮੈਂ ਜਿਹੜੀ ਤੁਸੀਂ ਔਰ ਇਹਦੇ 'ਚ ਇੱਕ ਮੈਂ ਹੋਰ ਚੀਜ਼ ਐਡ ਕਰ ਦੇਣਾ, ਕਾਂਗਰਸ ਦੇ ਜਿਹੜੇ ਰਾਹੁਲ ਗਾਂਧੀ ਨੇ, ਉਹਨਾਂ ਨੇ ਕੱਲ ਰਾਜਪੁਰੇ ਦੇ ਵਿੱਚ ਰੈਲੀ ਦੇ ਵਿੱਚ ਇਹ ਗੱਲ ਕਹੀ ਸੀ ਕਿ ਐਕਸਪੈਰੀਮੈਂਟ ਕਰਨ ਦਾ ਟਾਈਮ ਨਹੀਂ ਹੈਗਾ। ਦੇਖੋ ਮੈਂ ਸਾਰੀਆਂ ਗੱਲਾਂ ਦਾ ਜਵਾਬ ਦਵਾਂ, ਮੈਂ ਸਾਰੇ ਬੁਲਾਰਿਆਂ ਨੂੰ ਬੜੇ ਸ਼ਾਂਤੀ ਨਾਲ ਸੁਣ ਰਿਹਾ ਸੀ। ਇਹ ਜਿੰਨੀਆਂ ਵੀ ਪਾਰਟੀਆਂ ਦੇ ਨੁਮਾਇੰਦੇ ਬੈਠੇ ਆ, ਮੈਂ ਕੋਈ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰ ਰਿਹਾ। ਇਹਨਾਂ ਦਾ ਹੁਣ ਹਾਲ ਇਹ ਆ ਵੀ ਗੱਲੀ ਬਾਤੀ ਮੈਂ ਬੜੀ ਕਰਤੂਤੀ ਬੜੀ ਜਠਾਣੀ, ਪੰਜਾਬੀ ਦੀ ਬਹੁਤ ਇੱਕ ਪੁਖਤਾ ਕਹਾਵਤ ਆ। ਦੂਜੀ ਗੱਲ ਇਹ ਸਾਰੇ ਹੀ ਇਹ ਗਲਤੀ ਕਰ ਰਹੇ ਆ ਵੀ ਕਿਸਾਨਾਂ ਨੂੰ ਸਿਆਸਤ ਦਾ ਤਜਰਬਾ ਨਹੀਂ, ਕਿਸਾਨ ਬਹੁਤ ਭੋਲੇ ਨੇ, ਕਿਸਾਨਾਂ ਨੂੰ ਕਿਹੜਾ ਕੁਝ ਪਤਾ। ਜੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਕੋਲ ਜਾ ਕੇ ਉਹਨੂੰ ਬੈਰੀਕੇਡਿੰਗ ਕਰਕੇ ਦਿੱਲੀ ਦੀ ਜਿਹੜੇ ਹੈਗੇ ਆ 3 ਕਾਨੂੰਨ ਜਿਹੜੇ ਨੇ ਉਹ ਵਾਪਸ ਕਰਾ ਸਕਦੇ ਆ, ਤੇ ਬਾਕੀ ਗੱਲਾਂ ਬੜੀਆਂ ਛੋਟੀਆਂ ਨੇ। ਮੈਂ ਤੁਹਾਨੂੰ ਦੱਸਦਾ ਪੰਜਾਬ ਮਾਡਲ ਦੇ ਵਿੱਚ ਕਰਨਾ ਕੀ ਹੈਗਾ। ਦੇਖੋ 2 ਬਾਰਡਰ ਸਾਡੇ ਖੋਲਣੇ ਵਾਲੇ ਨੇ, ਕਣਕ ਦਾ ਰੇਟ 5200 ਰੁਪਏ ਹੈਗਾ। ਪਾਕਿਸਤਾਨ ਦੇ ਵਿੱਚ ਜੇ ਸੈਨੀ ਵਾਲਾ ਤੇ ਬਾਗਾ ਸਾਰੇ ਪਾਰਟੀਆਂ ਵਾਲੇ ਨੁਮਾਇੰਦੇ ਨੂੰ ਮੈਂ ਬੇਨਤੀ ਸੁਣ ਲੈਣ, ਤੁਸੀਂ ਵੀ ਅਪਲਾਈ ਕਰ ਸਕਦੇ ਹੋ, ਕਿਉਂਕਿ ਸਾਰੇ ਪੰਜਾਬ ਦਾ ਹੀ ਭਲਾ। ਅਸੀਂ ਇਹ ਨਹੀਂ ਵੀ ਸਾਡੇ ਪਰੇ ਮੋਢਿਆਂ ਦੇ ਉੱਤੇ ਡਾਂਗ ਰੱਖੀ ਹੋਈ ਆ। ਅਸੀਂ ਸੈਨੀ ਵਾਲਾ ਤੇ ਬਾਗਾ ਬਾਰਡਰ ਇਸੇ ਤਰ੍ਹਾਂ ਖਿਲਾਵਾਂਗੇ ਜਿਵੇਂ 3 ਕਾਨੂੰਨ ਵਾਪਸ ਕਰਾਏ ਨੇ। ਇਹ ਕੁਐਸਚਨ ਨਹੀਂ ਕਰਨ ਦੇਵਾਂਗੇ ਕਿ ਸਾਡਾ ਦੇਸ਼ ਆ। ਜਦੋਂ ਇਹੀ ਕਣਕ ਇੱਥੋਂ ਗੁਜਰਾਤ ਜਾ ਕੇ ਸਮੁੰਦਰੀ ਖਿੱਪਾਂ ਦੇ ਰਾਹੀਂ ਕਰਾਚੀ ਜਾਂਦੀ ਆ, ਉਦੋਂ ਕੋਈ ਦੁਸ਼ਮਣੀ ਨਹੀਂ ਹੁੰਦੀ। ਜਦੋਂ ਇਹੀ ਕਣਕ ਪੰਜਾਬ ਤੋਂ ਬਾਗੇ ਬਾਰਡਰ ਨੂੰ ਜਾਂਦੀ ਆ ਤਾਂ ਤੀਜੇ ਦਿਨ ਕਹਿੰਦੇ ਨੇ ਹਥਿਆਰ ਫੜਿਆ ਗਿਆ, RDX ਫੜਿਆ ਗਿਆ। ਉਹ ਤੋਂ ਬਾਅਦ ਅਗਲੀ ਗੱਲ, ਆ ਸਾਰੀਆਂ ਪਾਰਟੀਆਂ ਬੈਠੀਆਂ ਨੇ, ਕੋਈ ਲੈਣ ਨੂੰ ਤਿਆਰ ਆ ਜ਼ਿੰਮੇਵਾਰੀ? ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਵੀ ਉਹਦੇ ਪੈਸੇ ਕੌਣ ਦਵਾਏਗਾ? ਜਾਂ ਆਮ ਆਦਮੀ ਪਾਰਟੀ ਵੀ ਬੈਠੀ ਆ, ਜਿਹੜਾ ਦਿੱਲੀ ਨੂੰ ਪਾਣੀ ਜਾਂਦਾ ਸਾਡਾ, ਉਹਦੇ ਪੈਸੇ ਕੌਣ ਦਵਾਏਗਾ? ਉੱਥੇ ਮੈਂ ਚੁੱਪ ਹੋ ਜਾਂਦਾ ਜਾਂ ਆਪਣੇ ਮੂੰਹ ਤੇ ਚੇਪੀ ਲਾ ਲੈਣਾ। ਇਹ ਗੱਲ ਨਹੀਂ ਚੱਲਣੀ। ਪੰਜਾਬੀਆਂ ਨੂੰ ਮੂਰਖ ਬਣਾਉਣਾ ਬੰਦ ਕਰੋ। ਪੰਜਾਬ ਮਾਡਲ ਕੋਈ ਔਖਾ ਨਹੀਂ, ਪਾਣੀ ਤੋਂ ਹੀ ਇੰਨਾ ਪੈਸਾ ਇਕੱਠਾ ਹੋ ਸਕਦਾ ਵੀ ਪੰਜਾਬ ਨੂੰ ਝੋਨਾ ਜਿਹੜੀ ਲਾਉਣ ਦੀ ਲੋੜ ਨਹੀਂ, ਜੇ ਲਾਉਣਾ ਹੀ ਆ। ਅਗਲੀ ਗੱਲ ਮੈਨੂੰ ਦੱਸੋ, ਕਰਨ ਵਾਅਦਾ ਸਾਰੇ ਜਿਹੜਾ ਕਰਨੇ ਵਾਲਾ, ਪੰਜਾਬ ਦੇ ਵਿੱਚ ਹੁਣ ਝੋਨਾ ਲੱਗਣਾ, ਜੀਰੀ ਲੱਗਣੀ ਆ, ਤੇ ਉਦੋਂ ਨਹਿਰਾਂ ਦੀ ਬੰਦੀ ਆ ਜਾਣੀ ਆ ਕੱਸੀਆਂ ਦੀ, ਤੇ ਕਿਸਾਨ ਵਿਚਾਰਾ ਕਦੇ ਇੰਜਨ ਨਾਲ ਪਾਣੀ ਪੂਰਾ ਕਰਦਾ, ਕਦੇ ਜਿਹੜੇ ਮੋਟਰਾਂ ਵਾਲੇ ਕਹਿੰਦੇ ਆ ਮੋਟਰ ਨਾਲ ਕਦੇ ਪਾਣੀ ਪੂਰਾ ਹੁੰਦਾ। ਤੁਸੀਂ 3 ਮਹੀਨੇ ਪੰਜਾਬ ਦੇ ਕਿਸਾਨਾਂ ਨੂੰ ਇਸ ਗੱਲ ਦਾ ਵਾਅਦਾ ਕਰੋ ਵੀ ਅਸੀਂ ਪੂਰਾ ਪਾਣੀ ਦੇਵਾਂਗੇ ਨਹਿਰਾਂ ਦੇ ਵਿੱਚੋਂ, ਅਸੀਂ ਬੰਦ ਕਰਾਂਗੇ ਰਾਜਸਥਾਨ ਦਾ ਪਾਣੀ। ਜਦੋਂ ਸਾਨੂੰ ਲੋੜ ਆ ਸਾਨੂੰ ਮਿਲਦਾ ਨਹੀਂ, ਤੇ ਉੱਥੇ ਫਰੀਜ ਤੁਸੀਂ ਟਿੱਬਿਆਂ 'ਚ ਲਿਜਾ ਕੇ ਛੱਡਿਆ ਹੋਇਆ। ਸਾਰੀਆਂ ਪਾਰਟੀਆਂ ਬਰਾਬਰ ਦੀਆਂ ਜ਼ਿੰਮੇਵਾਰ ਨਹੀਂ, ਡਰਾਮੇਬਾਜ਼ੀ ਕਰਦੀਆਂ ਨੇ। ਔਰ ਮੈਂ ਇੱਕ ਬੜੀ ਮੈਨੂੰ
ਸ਼ਰਮਨਾਕ ਸਾਰੇ ਪੰਜਾਬੀਅਤ ਦੀ ਗੱਲ ਕਰਦੇ ਆ। ਅੱਧੇ ਤੋਂ ਵੱਧ ਬੁਲਾਰੇ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤਾਂ ਪੰਜਾਬੀ ਬੋਲਣੀਆਂ ਭੁੱਲ ਗਈਆਂ ਨੇ। ਮੈਂ ਵੇਖ ਰਿਹਾ ਸੀ ਆ ਕਾਂਗਰਸ ਦੇ ਬੁਲਾਰੇ ਵੀ ਇੱਕ ਚਲੋ ਆਪਣੀਆਂ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਉਹਨੂੰ ਤਾਂ ਪੰਜਾਬੀ ਨਹੀਂ ਬੋਲਣੀ ਆਉਂਦੀ। ਇਹ ਪੰਜਾਬ ਦਾ ਭਲਾ ਕਰਨਗੇ ਇਸ ਕਰਕੇ ਮੇਰੀ ਅੱਛਾ ਲਾਲੀ ਸਾਹਿਬ ਤੁਸੀਂ ਇੱਕ ਬੜਾ ਇੰਪੋਰਟੈਂਟ ਪੁਆਇੰਟ ਚੱਕਿਆ। ਲਾਲੀ ਸਾਹਿਬ ਤੁਸੀਂ ਕੰਪਲੀਟ ਕਰਿਓ। ਇੱਕ ਬੜਾ ਇੰਪੋਰਟੈਂਟ ਤੁਸੀਂ ਪੁਆਇੰਟ ਜ਼ਿਕਰ ਕੀਤਾ ਕਿ ਪਾਣੀ ਜਿਹੜਾ ਦੂਜੇ ਸੂਬਿਆਂ ਨੂੰ ਜਾਂਦਾ ਤੇ ਦੂਜੇ ਨੰਬਰ ਤੇ ਫਸਲ ਹੈਗੀ ਹੈ ਜਿਹੜੀ ਪੰਜਾਬ ਦੀ। ਦੋ ਗੱਲਾਂ ਚੱਲਦੀਆਂ ਨੇ ਫਾਰਮਿੰਗ ਨੂੰ ਲੈ ਕੇ ਮੋਟੇ ਤੌਰ ਤੇ। ਮੈਂ ਕਿਉਂਕਿ ਮੁੱਦਿਆਂ ਦੇ ਉੱਪਰ ਹੀ ਕੰਸਨਟਰੇਟ ਕਰਨਾ ਚਾਹੁੰਦਾ, ਬਾਕੀ ਤਾਂ ਚੋਣ ਪ੍ਰਚਾਰ ਸਾਰੇ ਪਾਸੇ ਅੱਜ ਕੱਲ ਜਿਹੜੇ ਆਗੂ ਨੇ ਕਰ ਰਹੇ ਨੇ, ਮੁੱਦਿਆਂ ਦੇ ਉੱਪਰ ਮੈਂ ਕੰਸਨਟਰੇਟ ਕਰਨਾ ਚਾਹੁੰਦਾ। ਦੋ ਚੀਜ਼ਾਂ ਨੇ। ਇੱਕ ਗੱਲ ਤਾਂ ਕਹੀ ਜਾਂਦੀ ਹੈ ਕਿ ਫਸਲੀ ਵਿਭਿੰਨਤਾ, ਮਤਲਬ ਕਿ ਡਾਈਵਰਸੀਫਿਕੇਸ਼ਨ ਦੀ ਗੱਲ ਹੁੰਦੀ ਹੈ ਖੇਤੀ ਦੇ ਵਿੱਚ। ਦੂਜੇ ਨੰਬਰ ਤੇ ਇਹ ਗੱਲ ਹੈ ਕਿ ਪਾਣੀ ਜਿਹੜਾ ਬਾਹਰ ਜਾਂਦਾ ਹੈ। ਅਗਰ ਝੋਨਾ ਕਿਉਂਕਿ ਡਾਈਵਰਸੀਫਿਕੇਸ਼ਨ ਦੀ ਗੱਲ ਉਦੋਂ ਚੱਲਦੀ ਹੈ ਕਿ ਕਣਕ ਤੇ ਝੋਨੇ ਦੇ ਚੱਕਰ ਚੋਂ ਬਾਹਰ ਕੱਢਣ ਦੇ ਲਈ ਕਿਸਾਨੀ ਨੂੰ, ਅਗਰ ਪੰਜਾਬ ਦਾ ਪਾਣੀ ਪੰਜਾਬ ਦੇ ਵਿੱਚ ਰਹਿੰਦਾ ਹੈ ਜਾਂ ਕਿਸਾਨਾਂ ਨੂੰ ਮਿਲਦਾ ਹੈ ਤਾਂ ਫਿਰ ਕੀ ਝੋਨਾ ਤੇ ਕਣਕ ਠੀਕ ਰਹੇਗੀ ਪੰਜਾਬ ਦੇ ਕਿਸਾਨ ਦੇ ਲਈ, ਜਾਂ ਫਿਰ ਉਸ ਸਿਚੁਏਸ਼ਨ ਦੇ ਵਿੱਚ ਜਦੋਂ ਪਾਣੀ ਬਾਹਰ ਜਾਂਦਾ ਤਾਂ ਡਾਈਵਰਸੀਫਿਕੇਸ਼ਨ ਠੀਕ ਰਹੇਗੀ ਪੰਜਾਬ ਦੇ ਕਿਸਾਨ ਲਈ? ਦੇਖੋ ਡਾਈਵਰਸੀਫਿਕੇਸ਼ਨ ਵੀ ਕਿਤੇ ਨਾ ਕਿਤੇ ਚਾਹੀਦੀ ਆ, ਪਰ ਜੇ ਝੋਨਾ ਲਾਉਣਾ ਸਾਡੀ ਮਜਬੂਰੀ ਆ। ਸਾਨੂੰ ਪਤਾ ਵੀ ਦੂਜੀਆਂ ਫਸਲਾਂ ਦਾ ਪ੍ਰੋਪਰ MSP ਨਹੀਂ ਮਿਲਦਾ। 1850 ਮੱਕੀ ਦੀ MSP 700 ਨੂੰ ਵਿਕਦਾ ਰਿਹਾ। ਇਸ ਕਰਕੇ ਕਿਸਾਨ ਡਾਈਵਰਸੀਫਿਕੇਸ਼ਨ ਕਿਵੇਂ ਕਰਨ, ਕਿਵੇਂ ਬਦਲਾਅ ਦੀ ਖੇਤੀ ਲਿਆਉਣ। ਇਸ ਕਰਕੇ ਜੇ ਝੋਨਾ ਲਾਉਣਾ ਯਾਰ ਸਾਨੂੰ ਪਾਣੀ ਤਾਂ ਪੂਰਾ ਦੇ ਦਿਓ। ਸਾਡੀਆਂ ਮੋਟਰਾਂ ਹਰੇਕ ਸਾਲ 10 ਫੁੱਟ ਦੇ 20 ਫੁੱਟ ਦੇ ਟੋਟੇ, ਅੱਧਿਆਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਵੀ ਟੋਟਾ ਪੈਂਦਾ ਕਿਵੇਂ ਆ। ਜਦੋਂ ਝੋਨਾ ਲੱਗਿਆ ਹੁੰਦਾ ਮੋਢੇ ਤੇ ਰੱਖ ਕੇ ਜ਼ਿਮੀਂਦਾਰ ਮੋਟਰ ਲੈ ਕੇ ਆਉਂਦਾ, ਉਹਨੂੰ ਪੁੱਛੋ ਦਾ ਹਾਲ ਕੀ ਹੁੰਦਾ। ਇਹ ਗੱਲਾਂ ਮਾਰਦੇ ਨੇ, ਕਿਹੜਾ ਪੰਜਾਬ ਮਾਡਲ ਹੈ ਕੋਲ, ਚਿੱਕੂ ਦਾ ਮਾਡਲ ਇਹਨਾਂ ਕੋਲੇ। ਇਹ ਤਾਂ ਸਾਰੀਆਂ ਪਾਰਟੀਆਂ ਜਿਹੜੀਆਂ, ਮੈਂ ਫੇਰ ਉਹੀ ਪੰਜਾਬੀ ਦੀ ਕਹਾਵਤ ਇਹਨਾਂ ਪਰ ਸਾਰਿਆਂ ਪਰ ਟੁੱਕਦੀ ਆ ਵੀ ਗੱਲੀ ਬਾਤੀ ਮੈਂ ਬੜੀ ਕਰਤੂਤੀ ਬੜੀ ਜਠਾਣੀ। ਗੱਲ ਇਹ ਆ ਵੀ ਕੰਮ ਨਹੀਂ ਕਰਨਾ, ਢੇਲੇ ਦਾ ਤੇ ਮੇਲਾ ਕਰਦੇ ਫਿਰਨਾ, ਮੈਂ ਆਹ ਕਰੂੰਗਾ ਮੈਂ ਉਹ ਕਰੂੰਗਾ। ਚਲੋ ਇਸੇ ਗੱਲ ਦਾ ਜਵਾਬ ਲੈਣੇ ਆਪਾਂ ਲਾਲੀ ਸਾਹਿਬ, ਇਸੇ ਗੱਲ ਦਾ ਜਵਾਬ ਲੈਣੇ ਆ। ਪਾਰਟੀਆਂ ਤੁਸੀਂ ਕਹਿ ਰਹੇ ਹੋ ਕਿ ਕਿਸੇ ਵੀ ਪਾਰਟੀ ਨੇ ਹਾਲੇ ਤੱਕ ਕੋਈ ਢੁਕਵਾਂ ਪ੍ਰਬੰਧ ਨਹੀਂ ਕੀਤਾ, ਚਾਹੇ ਕਿਸਾਨੀ ਹੋਵੇ ਚਾਹੇ ਬਾਕੀ ਚੀਜ਼ਾਂ। ਧਾਰਨੀ ਸਾਹਿਬ ਤੁਹਾਡੇ ਕੋਲ ਆਉਂਗਾ, ਖੇਤੀ ਮਸਲੇ ਦੇ ਉੱਪਰ ਹੀ ਗੱਲ ਕਰੂੰਗਾ। ਇੱਕ ਤਾਂ ਤੁਸੀਂ ਜੋ ਬੁਲਾਰੇ ਨੂੰ ਸੁਣਿਆ ਤਰਲੋਚਨ ਲਾਲੀ, ਉਹਨਾਂ ਨੂੰ ਉਸ ਚੀਜ਼ ਦਾ ਜਵਾਬ ਅਗਰ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਦਿਓ। ਦੂਜਾ ਮੇਰਾ ਸਵਾਲ ਇਹ ਹੈ ਕਿ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਖੇਤੀਬਾੜੀ ਹੈ ਜਿਹੜੀ ਉਹ ਹੈਵੀਲੀ ਸਬਸਿਡਾਈਜ਼ਡ ਹੈ, ਬਹੁਤ ਜ਼ਿਆਦਾ ਸਬਸਿਡਾਈਜ਼ਡ ਹੈ। ਹਿੰਦੁਸਤਾਨ ਦੇ ਵਿੱਚ ਜਾਂ ਹੁਣ ਕਹਿ ਲਓ ਇਹਨਾਂ ਚੋਣਾਂ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਫ੍ਰੀ ਬੀਜ, ਮੁਫਤਖੋਰੀ ਵਾਲੇ ਐਲਾਨ ਨਹੀਂ ਕਰਨੇ ਹੈਗੇ। ਤਾਂ ਅਜਿਹੇ ਮਾਹੌਲ ਦੇ ਵਿੱਚ ਅਗਰ ਕਿਸਾਨ ਕਹਿੰਦਾ ਕਿ ਸਬਸਿਡਾਈਜ਼ ਹੋਣੀ ਚਾਹੀਦੀ ਹੈ ਤਾਂ ਪਾਰਟੀਆਂ ਕੀ ਉਸ ਮਾਹੌਲ ਦੇ ਵਿੱਚ ਸਰਕਾਰਾਂ ਕੀ ਕਰਨਗੀਆਂ? ਇੱਕ ਪਾਸੇ ਫ੍ਰੀ ਬੀਜ ਦੀ ਗੱਲ ਹੁੰਦੀ ਹੈ ਕਿ ਫ੍ਰੀ ਬੀਜ ਨਹੀਂ ਹੋਣੀ ਚਾਹੀਦੀ, ਪੁਖਤਾ ਪਲਾਨ ਹੋਣਾ ਚਾਹੀਦਾ, ਇੱਕ ਪਾਸੇ ਹੈਵੀਲੀ ਸਬਸਿਡਾਈਜ਼ ਖੇਤੀ ਦੀ ਗੱਲ ਹੁੰਦੀ ਹੈ। ਦੇਖੋ ਇਹ ਜਿਹੜਾ ਜਿੱਥੋਂ ਤੱਕ ਐਗਰੀਕਲਚਰ ਦੀ ਗੱਲ ਕਰੀਏ ਤਾਂ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਹੈਗੀ ਆ ਉਹਦੇ ਮੁਤਾਬਕ ਜੇ ਸਾਰਾ ਕੁਝ ਕਰਿਆ ਜਾਵੇ, ਮੈਨੂੰ ਲੱਗਦਾ ਕਿ ਪਾਰਟੀਆਂ ਜਿਹੜੀਆਂ ਹੈਗੀਆਂ ਇਹ ਲਾਰੇਬਾਜ਼ੀ ਲਾ ਕੇ ਜਿਹੜਾ ਹੈਗਾ ਸਬਸਿਡਾਈਜ਼ ਕਰਕੇ ਲੋਕਾਂ ਨੂੰ ਇੱਕ ਮੁੱਠੀ ਸੁੱਟਣ ਦੀ ਕੋਸ਼ਿਸ਼ ਕਰਦੀਆਂ। ਦੇਖੋ ਲਾਲੀ ਜੀ ਦੀਆਂ ਮੈਂ ਬਹੁਤ ਸਾਰੀਆਂ ਗੱਲਾਂ ਦੇ ਨਾਲ 100% ਸਹਿਮਤ ਹੈਗਾ। ਇਹ ਜਿਹੜੀ ਬਾਗੇ ਖੋਲਣ ਵਾਲੀ ਗੱਲ ਕਰਦੇ ਆ, ਇਹ ਅਸੀਂ ਸ਼੍ਰੋਮਣੀ ਅਕਾਲੀ ਦਲ ਵੀ ਕਹਿੰਦਾ ਕਿ ਜਿਹੜਾ ਬਾਗਾ ਬਾਰਡਰ ਖੋਲਣਾ ਚਾਹੀਦਾ ਹੈ, ਜਿਹੜਾ ਸਿਲਕ ਰੂਟ ਹੈਗਾ ਉਹਦੇ ਰਾਹੀਂ ਵਪਾਰ ਹੋਣਾ ਚਾਹੀਦਾ। ਦੂਜੀ ਗੱਲ ਜਿਹੜੀ ਪਾਣੀਆਂ ਦੀ ਗੱਲ ਹੈਗੀ ਆ ਉਸ ਤੇ ਵੀ ਸ਼੍ਰੋਮਣੀ ਅਕਾਲੀ ਦਲ ਪੂਰੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨਾਂ ਦੇ ਨਾਲ ਸਹਿਮਤ ਹੈਗਾ। ਪਰ ਜਿੱਥੋਂ ਤੱਕ ਸੰਯੁਕਤ ਮੋਰਚੇ ਦੀ ਗੱਲ ਹੈਗੀ ਹੈ, ਮੈਂ ਲਾਲੀ ਜੀ ਨੂੰ ਸਵਾਲ ਕਰਦਾ ਹੈਗਾ ਕਿ ਲਾਲੀ ਜੀ, ਮੈਂ ਆਨਰੇਬਲ ਹਾਈ ਕੋਰਟ ਦੇ ਜਿੰਨੇ ਵਕੀਲ ਸਾਹਿਬਾਨ ਹੈਗੇ ਤਕਰੀਬਨ 200 ਵਕੀਲਾਂ ਦੀ ਬੱਸ ਭਰ ਕੇ ਲੈ ਕੇ ਗਏ ਸੀ, ਅਸੀਂ ਬੱਸਾਂ ਲੈ ਕੇ ਗਏ ਸੀ। ਸਾਨੂੰ ਉੱਤੇ ਜਿਹੜਾ ਹੈਗਾ ਅਸੀਂ ਤੁਹਾਡੇ ਕਿਸਾਨਾਂ ਦੇ ਮੋਰਚੇ ਦੇ ਮੂਹਰੇ ਬੈਠ ਕੇ ਮੁੜਿਆ, ਇਹ ਸਾਨੂੰ ਕਿਸੇ ਨੇ ਬੋਲਣ ਨਹੀਂ ਦਿੱਤਾ ਹੈਗਾ। ਹੋ ਸਕਦਾ ਚਲੋ ਮੈਨੂੰ ਤਾਂ ਇਹ ਕਿਹਾ ਹੋਵੇ ਵੀ ਇਹ ਜਿਹੜਾ ਹੈਗਾ ਅਕਾਲੀ ਦਲ ਦਾ ਬੁਲਾਰਾ ਹੈਗਾ। ਉਸ ਟਾਈਮ ਤੇ ਇੱਕੋ ਕੁਐਸਚਨ ਸੀ ਕਿ ਅਸੀਂ ਸਿਆਸਤੀ ਲੋਕਾਂ ਨੂੰ ਚੜ੍ਹਨ ਨਹੀਂ ਦੇਣਾ। ਸਿਆਸਤੀ ਲੋਕ ਕੌਣ ਹੈ? ਉਹ ਲੋਕ ਜਿਹੜੇ ਇਲੈਕਸ਼ਨਾਂ ਲੜਦੇ ਹੈਗੇ ਆ। ਅੱਜ ਉਹ ਆਪ ਸਿਆਸਤੀ ਬਣ ਚੁੱਕੇ ਆ ਕਿ ਨਹੀਂ, ਇੱਕ ਗੱਲ। ਦੂਜੀ ਗੱਲ ਮੈਂ ਇਹ ਪੁੱਛਦਾ ਹੈਗਾ ਕਿ ਜਦੋਂ ਕਿਸਾਨ ਅੰਦੋਲਨ ਤੇ ਮੋਦੀ ਸਾਹਿਬ ਦੀ ਸਟੇਟਮੈਂਟ ਆਈ ਸੀ, ਮੈਂ ਉਸ ਸਟੇਟਮੈਂਟ ਤੋਂ ਬਾਅਦ ਇੱਕ ਗੱਲ ਕਹੀ ਸੀ। ਉਹ ਗੱਲ ਕੀ ਕਹੀ ਸੀ? ਵਕੀਲ ਹੋਣ ਦੇ ਨਾਤੇ ਮੈਂ ਇਹ ਗੱਲ ਕਹੀ ਸੀ ਕਿ ਅੱਜ ਟਾਈਮ ਹੈਗਾ ਕਿ ਕਿਸਾਨਾਂ ਨੂੰ ਸਾਰੀਆਂ ਮੰਗਾਂ ਬਾਕੀ ਦੀਆਂ ਮਨਵਾਏ ਬਿਨਾਂ ਨਹੀਂ ਮੁੜਨਾ ਚਾਹੀਦਾ। ਉਹਨਾਂ ਦੇ ਵਿੱਚੋਂ ਇੱਕ ਮੰਗ ਕੀ ਸੀ? ਮੈਂ ਕਿਹਾ ਸੀ ਕਿ ਜਿੰਨੇ ਕਿਸਾਨਾਂ ਦੇ ਉੱਤੇ 26 ਜਨਵਰੀ ਨੂੰ ਜਾਂ ਉਸ ਤੋਂ ਬਾਅਦ ਅੱਗੇ ਪਿੱਛੇ ਜਿਹੜੇ ਪਰਚੇ ਦਰਜ ਹੋਏ ਹੈਗੇ ਆ, ਉਹਨਾਂ ਨੂੰ ਵਾਪਸ ਕਰਾਏ ਬਿਨਾਂ ਕਿਸਾਨੋ ਉਸ ਮੋਰਚੇ ਤੇ ਨਾ ਉੱਠਿਓ। ਹੁਣ ਮੈਂ ਲਾਲੀ ਜੀ ਨੂੰ ਇੱਕ ਗੱਲ ਹੀ ਯਾਦ ਕਰਾਉਣਾ, ਸਾਡੇ ਲਾਲੀ ਜੀ ਵੀ ਫਤਿਹਗੜ੍ਹ ਸਾਹਿਬ ਨੂੰ ਬਿਲੋਂਗ ਕਰਦੇ, ਮੈਂ ਵੀ ਫਤਿਹਗੜ੍ਹ ਨੂੰ ਬਿਲੋਂਗ ਕਰਦਾ। ਮੈਂ ਕਹਿਣਾ ਉੱਥੇ ਪਿਸ਼ੌਰਾ ਸਿੰਘ ਸਿੱਧੂਪੁਰ
ਕਿਸਾਨ ਯੂਨੀਅਨ ਏਕਤਾ ਦੇ ਪ੍ਰਧਾਨ ਹੁੰਦੇ ਸੀ। ਇਹਨਾਂ ਨੇ ਮਾਧੋਪੁਰ ਚੌਂਕ ਦੇ ਉੱਤੇ, ਮੋੜ ਦੇ ਉੱਤੇ, ਆਪਣਾ ਰੇਲਵੇ ਲਾਈਨ ਦੇ ਉੱਤੇ ਇੱਕ ਜਾਮ ਲਾਇਆ ਸੀ, ਜਿਹਦੇ ਕਰਕੇ ਰੇਲਵੇ ਉਸ ਟਾਈਮ ਦੇ ਉੱਤੇ ਕਿਸਾਨ ਅੰਦੋਲਨ ਦੇ ਵਿੱਚ ਰੁਕੀ। ਇਹ ਪੁਰਾਣੀ ਗੱਲ ਹੈਗੀ ਆ। ਔਰ ਉਸ ਦੇ ਵਿੱਚ FIR ਦਰਜ ਹੋਈਆਂ। ਲਾਲੀ ਜੀ ਹਾਂ ਕਹੀ ਜਾਇਓ, FIR ਦਰਜ ਹੋਈਆਂ। ਉਹਦੇ ਚ ਪਿਸ਼ੌਰਾ ਸਿੰਘ ਦੀ ਵੀ ਡੈਥ ਹੋ ਗਈ, ਬਾਕੀਆਂ ਦੀ ਵੀ ਡੈਥ ਹੋ ਗਈ। ਮੇਰਾ ਖਿਆਲ ਆ ਹਰ ਤਰੀਕ ਦੇ ਉੱਤੇ ਇੱਕ ਜਿਹੜਾ ਬੰਦਾ ਚੜਾਈ ਕਰ ਜਾਂਦਾ ਸੀ, ਔਰ ਉਹ ਘੱਟੋ ਘੱਟ 30 ਸਾਲ ਕੇਸ ਚੱਲਿਆ, ਪਰ ਉਸ ਕੇਸ ਦਾ ਜਿਹੜਾ ਹੈਗਾ ਨਿਪਟਾਰਾ ਨਹੀਂ ਹੋਇਆ। ਮੈਂ ਲਾਲੀ ਜੀ ਪੁੱਛਦਾ ਕਿ ਗਰੀਬ ਕਿਸਾਨਾਂ ਦੇ ਮੁੰਡੇ ਦਿੱਲੀ ਦੇ ਵਿੱਚ ਹਰੇਕ ਤਰੀਕ ਦੇ ਉੱਤੇ ਕਿਵੇਂ ਜਾਇਆ ਕਰਨਗੇ? ਮੈਨੂੰ ਇਹ ਦੱਸਿਓ। ਦੂਜਾ, ਜਿਹੜੇ ਬਾਕੀ ਵੀ ਹੈਗੇ ਆ, ਚਾਹੇ MSP ਦਾ ਹੈਗਾ, ਉਸ ਦੇ ਉੱਤੇ ਹਾਲੇ ਤੱਕ BJP ਨੇ ਕੋਈ ਆਪਣੀ ਪ੍ਰਤੀਕਿਰਿਆ ਨਹੀਂ ਦਿੱਤੀ। ਬਾਕੀ ਦਾ ਮੈਂ ਸ਼ਾਰਟ ਦੇ ਵਿੱਚ ਦੱਸ ਦਿੰਦਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਅੱਜ ਪੋਲ ਹੈਗੀ ਆ, ਉਹ ਕੁਮਾਰ ਵਿਸ਼ਵਾਸ ਨੇ ਚੰਗੀ ਤਰ੍ਹਾਂ ਖੋਲੀ ਹੈਗੀ ਆ। ਉਹਦੇ ਉੱਤੇ ਇਹ ਜਵਾਬ ਦੇ ਦੇਣ ਕਿ ਖਾਲਿਸਤਾਨ ਨੂੰ ਉਹਨਾਂ ਨੇ ਯੂਜ਼ ਕੀਤਾ, ਖਾਲਿਸਤਾਨ ਫੰਡਿੰਗ ਇਹਨਾਂ ਨੂੰ ਹੋਈ। ਨੰਬਰ 2 ਤੇ ਜਿਹੜਾ 2 ਬੰਬ ਬਲਾਸਟ ਮੇਨ ਹੋਏ ਪੰਜਾਬ ਦੇ ਵਿੱਚ, ਚਾਹੇ ਲੁਧਿਆਣੇ ਵਾਲਾ ਕਹਿ ਲਈਏ। ਚਲੋ ਉਹ ਧਾਰਨੀ ਸਾਹਿਬ ਉਹ ਠੀਕ ਹੈ, ਧਾਰਨੀ ਸਾਹਿਬ ਠੀਕ ਹੈ। ਇੱਕ ਮਿੰਟ ਜੀ, ਇੱਕ ਮਿੰਟ। ਕਿ ਮੈਂ BJP ਦੀ ਗੱਲ ਕਰਦਾ ਹੈਗਾ। ਦੇਖੋ BJP ਦੀ ਮੈਂ ਸਿਰਫ ਇੱਕ ਇੰਨੀ ਉਹ ਗੱਲ ਕਰਦਾ, ਮੈਂ ਗੋਸ਼ਾ ਜੀ ਨੂੰ ਪੁੱਛਦਾ ਕਿ ਗੋਸ਼ਾ ਜੀ ਜਿਹੜੇ ਮੋਦੀ ਜੀ ਹੈ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੈ ਜਾਂ BJP ਦੇ ਪ੍ਰਧਾਨ ਮੰਤਰੀ ਹੈ? ਅੱਜ ਜਿਸ ਹਿਸਾਬ ਨਾਲ ਉਹ BJP ਦੀ ਕੰਪੇਨ ਕਰਦੇ ਫਿਰਦੇ ਹੈਗੇ ਆ, ਉਹ ਜਿਹੜਾ ਹੈਗਾ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ। ਉਹਨਾਂ ਨੂੰ ਦੇਖ ਚਲੋ ਠੀਕ ਹੈ ਧਾਰਨੀ ਸਾਹਿਬ, ਇਹਦਾ ਜਵਾਬ ਲਵਾਂਗੇ। ਧਾਰਨੀ ਸਾਹਿਬ ਇਹਦਾ ਜਵਾਬ ਲਵਾਂਗੇ। ਮੇਰਾ ਬੜਾ ਸਿੰਪਲ ਸਵਾਲ ਸੀ ਤੁਹਾਨੂੰ ਕਿ ਫ੍ਰੀ ਬੀਜ ਇੱਕ ਪਾਸੇ ਨੇ, ਇੱਕ ਪਾਸੇ ਗੱਲ ਚੱਲਦੀ ਹੈ ਕਿ ਖੇਤੀ ਨੂੰ ਹੋਰ ਜ਼ਿਆਦਾ ਸਬਸਿਡਾਈਜ਼ ਕਰਨਾ ਚਾਹੀਦਾ। ਮੈਂ ਸ਼ਾਰਟ ਦੇ ਵਿੱਚ ਤੁਹਾਡੇ ਤੋਂ ਹਾਂ ਜਾਂ ਨਾ ਚ ਪੁੱਛਦਾ ਕਿ ਖੇਤੀ ਹੋਰ ਜ਼ਿਆਦਾ ਸਬਸਿਡਾਈਜ਼ ਹੋਣੀ ਚਾਹੀਦੀ ਹੈ ਭਾਰਤ ਦੇ ਵਿੱਚ? ਮੈਂ ਕਹਿੰਦਾ ਇਸ ਦੇ ਉੱਤੇ ਬਹੁਤ ਵੱਡੀਆਂ ਪਾਲਿਸੀਜ਼ ਬਣਨੀਆਂ ਚਾਹੀਦੀਆਂ। ਇਸ ਦੇ ਉੱਤੇ ਜਿਹੜੇ ਮਾਹਰ ਹੈਗੇ ਆ, ਉਹਨਾਂ ਦੀਆਂ ਰਾਇਆਂ ਲੈ ਕੇ ਖੇਤੀ ਨੂੰ ਅਗਾਂਹ ਵਧੂ ਔਰ ਲਾਹੇਵੰਦ ਧੰਦਾ ਬਣਾਉਣਾ ਚਾਹੀਦਾ। ਜੇ ਸਬਸਿਡੀ ਦੀ ਲੋੜ ਹੈਗੀ ਹੈ ਤਾਂ ਦੇਣੀ ਚਾਹੀਦੀ ਹੈ, ਨਹੀਂ ਅਦਰਵਾਈਜ਼ ਉਹਨਾਂ ਦੀ ਜਿਹੜੀ ਆਮਦਨ ਹੈਗੀ ਆ, ਉਹਨਾਂ ਦੇ ਸਹੀ ਰੇਟ ਹੈਗੇ ਆ, ਉਹਨਾਂ ਨੂੰ ਫਿਕਸ ਕਰਨਾ ਚਾਹੀਦਾ ਤਾਂ ਕਿ ਕਿਸਾਨੀ ਦੀ ਆਮਦਨ ਦੁੱਗਣੀ ਹੋ ਸਕੇ। ਠੀਕ ਹੈ ਧਾਰਨੀ ਸਾਹਿਬ, ਤੁਹਾਡਾ ਪੁਆਇੰਟ ਆ ਗਿਆ। ਗੋਸ਼ਾ ਸਾਹਿਬ ਤੁਹਾਡਾ ਰੁਕ ਕਰੂੰਗਾ। ਪਹਿਲਾਂ ਤੁਸੀਂ तमाम ਬੁਲਾਰਿਆਂ ਨੂੰ ਸੁਣਿਆ ਔਰ ਸਿੱਧੇ ਤੌਰ ਤੇ ਇਲਜ਼ਾਮ ਲਗਾ ਰਹੇ ਨੇ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਹੀ ਸੀ 2022 ਤੱਕ ਪ੍ਰਧਾਨ ਮੰਤਰੀ ਉਹਨਾਂ ਨੇ, ਉਸ ਦਾ ਹਾਲੇ ਤੱਕ ਕੀ ਬਣਿਆ? ਚਲੋ MSP ਦਾ ਤਾਂ ਮਸਲਾ ਹਾਲੇ ਵਿਚਾਲੇ ਲਟਕਿਆ ਹੋਇਆ, ਕਮੇਟੀ ਉਹਦੇ ਉੱਪਰ ਬਣਨੀ ਹੈ। ਇਸ ਦੇ ਨਾਲ ਹੀ 2 ਕਰੋੜ ਨੌਕਰੀਆਂ ਦਾ ਜ਼ਿਕਰ ਕਰਦੀ ਸੀ BJP, ਉਸ ਦਾ ਕੀ ਬਣਿਆ? ਹੁਣ ਪੰਜਾਬ 'ਚ ਨੌਕਰੀਆਂ ਦਾ ਜ਼ਿਕਰ ਹੋ ਰਿਹਾ। ਇਹ तमाम ਮਸਲੇ ਨੇ ਜਿਹੜੇ ਹਾਲੇ ਤੱਕ BJP ਨੇ ਐਡਰੈਸ ਕਰਨੇ ਬਾਕੀ ਨੇ। ਦੇਖੋ ਇਦਾਂ ਜੀ, ਵੀ ਮੈਂ ਤਾਂ ਖੁਸ਼ੀ ਮਹਿਸੂਸ ਕਰ ਰਿਹਾ ਕਿ ਸਾਰੇ ਬੁਲਾਰਿਆਂ ਨੂੰ ਸਾਡੇ ਤੋਂ ਡਰ ਲੱਗਣ ਲੱਗ ਪਿਆ। ਜਿਹੜੇ ਕਹਿੰਦੇ ਸੀ ਵੀ ਭਾਰਤੀ ਜਨਤਾ ਪਾਰਟੀ ਦੇ ਕੋਈ ਝੰਡਾ ਨਹੀਂ ਚੱਕੂਗਾ, ਜਿਹਨਾਂ ਨੂੰ ਡਰ ਲੱਗਣ ਲੱਗ ਪਿਆ। ਤੇ ਗੱਲ ਹੁਣ ਜਿਹੜੇ ਕਿਸਾਨਾਂ ਦੀ ਸਾਰੀਆਂ ਪਾਰਟੀਆਂ ਕਹਿੰਦੇ ਨਾ, ਜਿਹੜੇ ਕਿਸਾਨ ਆਗੂ ਵੀ ਬੈਠੇ, ਸਾਰਿਆਂ ਨੂੰ ਪਤਾ ਵੀ ਸੜਕਾਂ ਤੇ ਕੌਣ ਸੁੱਤੇ ਰਹੇ ਤੇ ਹੋਟਲਾਂ 'ਚ ਕੌਣ ਸੁੱਤੇ ਰਹੇ। ਮੈਂ ਇਸ ਵਾਦ ਵਿਵਾਦ 'ਚ ਨਹੀਂ ਪੈਣਾ ਚਾਹੁੰਦਾ, ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ। ਮੇਰੀ ਗੱਲ ਹੁਣ ਗੱਲ ਹਰ ਵਾਰੀ ਐਜੂਕੇਸ਼ਨ ਲਾ ਕੇ ਜਾਂਦੇ ਹੋ, ਹਰ ਵਾਰੀ ਐਜੂਕੇਸ਼ਨ ਕੋਰਸਾਂ ਦੀ ਲਾਉਂਦੇ ਹੋ। ਤੁਸੀਂ ਵੀ ਨਵੇਂ ਆਏ ਹੋ BJP 'ਚ, ਤੁਸੀਂ ਵੀ ਨਵੇਂ ਆਏ ਹੋ BJP 'ਚ। ਤੁਸੀਂ ਕਿੱਥੇ ਸੀ ਜਦੋਂ ਤੁਸੀਂ? ਸੁਣੋ ਮੈਂ ਦੱਸਦਾ, ਪਹਿਲੇ ਮੈਂ ਜਿਹੜੀਆਂ ਗੱਲਾਂ ਦੱਸੀਆਂ ਵੀ ਸਾਡਾ, ਜੇ ਤੁਸੀਂ ਕਹਿੰਦੇ ਹੋ ਤੁਸੀਂ ਪਾਵਰਫੁਲ ਹੋ, ਮੈਂ ਕਹਿੰਦਾ ਕਿਸਾਨਾਂ ਦਾ ਭਲਾ ਕਰ ਦੋ, ਦਬਾਓ ਰਾਸਤਾ ਪੈਸੇ ਸੁਣੋ ਫਿਰ ਬਾਗਾ ਬਾਰਡਰ ਸੁਣਦੇ ਡਰ ਕਿਉਂ ਲੱਗਦਾ? ਮੈਂ ਕਿਹਾ ਹੁਣ ਡਰ ਕਿਉਂ ਲੱਗਦਾ? ਲਾਲੀ ਸਾਹਿਬ, ਚਲੋ ਲਾਲੀ ਸਾਹਿਬ ਮੈਂ ਰਿਐਕਸ਼ਨ ਲੈ ਲੂੰਗਾ ਤੁਹਾਡੇ ਕੋਲੋਂ। ਲਾਲੀ ਸਾਹਿਬ ਮੈਂ ਤੁਹਾਡੇ ਕੋਲੋਂ ਰਿਐਕਸ਼ਨ ਲੈ ਲੂੰਗਾ, ਗੋਸ਼ਾ ਸਾਹਿਬ ਨੂੰ ਕੰਪਲੀਟ ਕਰ ਲੈਣ ਦਿਓ। ਲਾਲੀ ਸਾਹਿਬ ਮੈਂ ਰਿਐਕਸ਼ਨ ਲੈ ਲੂੰਗਾ ਤੁਹਾਡੇ ਕੋਲੋਂ। ਜਦੋਂ ਭਾੜੇ ਨੇ ਟੱਟੂ ਭੇਜ ਕੇ ਸਾਡੇ ਪਰ ਇੱਟਾਂ ਮਾਰੀਆਂ ਜਾ ਰਹੀਆਂ ਸੀ, ਪੱਟੂਦਾਰ ਕੀਤਾ ਜਾ ਰਿਹਾ ਸੀ, ਇਸ ਕਰਕੇ ਸਾਨੂੰ ਨਾ ਦੱਸੋ। ਅਜੇ ਤੁਹਾਨੂੰ ਕਹਿਣੇ ਨਹੀਂ ਜਾਣਕਾਰੀ ਨਾ ਹੋਵੇ ਜਿੰਨੀ ਸਾਨੂੰ ਆ, ਅਸੀਂ ਆਪਣੇ ਪਿੰਡੇ ਤੇ ਹਟਾਇਆ ਹੋਇਆ ਸਾਰਾ ਕੁਝ। ਚਲੋ ਗੋਸ਼ਾ ਸਾਹਿਬ ਤੁਸੀਂ ਕੰਪਲੀਟ ਕਰ ਲਓ, ਗੋਸ਼ਾ ਸਾਹਿਬ ਤੁਸੀਂ ਕੰਪਲੀਟ ਕਰ ਲਓ। ਜੀ ਹਾਂਜੀ ਬਿਲਕੁਲ, 10 ਮਾਰਚ ਨੂੰ ਸਾਰਿਆਂ ਨੂੰ ਪਤਾ ਲੱਗ ਜਾਊਗਾ ਕਿੰਨੇ ਕੀ ਕੀਤਾ। ਦੂਜੀ ਗੱਲ, ਪਹਿਲੇ ਦਿਨ ਵਾਲਾ ਤੁਸੀਂ ਮੇਰੇ ਤੇ ਇਲਜ਼ਾਮ ਨਹੀਂ ਲਾ ਸਕਦੇ। ਪਹਿਲੇ ਦਿਨ ਕਿਸਾਨੀ ਮੋਰਚੇ ਦੇ ਵਿੱਚ ਜਾਣ ਵਾਲਾ ਬੰਦਾ ਤੁਸੀਂ ਮੇਰੀ ਫੇਸਬੁੱਕ ਚੈੱਕ ਕਰ ਲਿਓ। ਹੁਣ ਗੱਲ ਦੂਜੀ ਸੁਣ ਲਓ। ਪਾਣੀ ਵਾਸਤੇ ਪੂਰੇ ਪ੍ਰਬੰਧ ਵਾਸਤੇ, ਡਰੇਨ ਸਿਸਟਮ, ਹਾਰਵੈਸਟ ਸਿਸਟਮ ਵਾਸਤੇ ਅਸੀਂ 5000 ਕਰੋੜ ਰੁਪਇਆ ਰਿਜ਼ਰਵ ਰੱਖਿਆ। ਬੇਜ਼ਮੀਨੇ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਹੈਗੀਆਂ 5000 ਕਰੋੜ ਰੁਪਇਆ ਉਹਨਾਂ ਵਾਸਤੇ ਸਾਲਾਨਾ ਦੀ ਗੱਲ ਕਰ ਰਿਹਾ, 25000 ਕਰੋੜ ਬਣ ਜਾਂਦਾ 5 ਸਾਲ ਦੇ ਵਿੱਚ। ਤੇ ਕਿਸਾਨੀ ਦੀ ਵੀ ਭਿੰਨਤਾ ਵਾਸਤੇ ਵੀ ਵੱਖਰੀਆਂ ਫਸਲਾਂ ਵੀ ਉਗਾਣ, ਪਾਣੀ ਵੀ ਸਾਡਾ ਬਚਿਆ ਰਵੇ ਤੇ ਨਾਲ ਕਿਸਾਨ ਵੀ ਖੁਸ਼ਹਾਲ ਹੋਵੇ, ਉਹਦੇ ਵਾਸਤੇ ਵੀ 6 ਕਰੋੜ। ਸਾਹਿਬ ਇਹ ਤਾਂ ਵਾਅਦੇ ਤੁਸੀਂ ਹੁਣ ਕਰ ਰਹੇ ਹੋ, ਇਸ ਮੈਨੀਫੈਸਟੋ 'ਚ ਵਾਅਦੇ ਕਰ ਰਹੇ ਹੋ। ਮੈਨੂੰ ਇਹ ਦੱਸੋ ਕਿ ਜਿਹੜੇ ਪਹਿਲਾਂ ਦੁੱਗਣੀ ਦਾ ਆਮਦਨ ਦੁੱਗਣੀ ਦੀ ਗੱਲ ਕੀਤੀ ਸੀ, ਉਹ 2022 'ਚ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ?
ਹੋ ਰਹੀ ਹੈ ਜੀ, ਬਿਲਕੁਲ ਹੋ ਰਹੀ ਹੈ। ਤੁਸੀਂ ਚੈੱਕ ਕਰਾ ਦਾਂਗਾ, ਤੁਹਾਨੂੰ ਤੱਥ ਦੇ ਦਾਂਗਾ, ਉਹ ਵੀ ਦੇ ਦਾਂਗਾ। ਹੁਣ ਗੱਲ ਮੇਰੀ ਸੁਣ ਲਓ, ਜਿਹੜੇ ਬੁਲਾਰਿਆਂ ਨੇ ਜੋ ਬੋਲਿਆ ਉਹਦਾ ਜਵਾਬ ਵੀ ਸੁਣ ਲਓ। ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ, ਮਲਹੋਤਰਾ ਜੀ ਬੜੇ ਉੱਚੀ ਭਾਸ਼ਣ ਦੇ ਕੇ ਗਿਆ। ਪਹਿਲੀ ਵਾਰ ਹੋਇਆ ਜਿਹੜਾ ਬੱਚਿਆਂ ਦੀ ਸਹੁੰ ਖਾ ਕੇ, ਅਸੀਂ ਕਿਉਂ ਕਹਿੰਦੇ ਕਾਂਗਰਸ ਦੇ ਨਾਲ ਹੈ, ਬੱਚਿਆਂ ਦੀ ਸੌਗਾ ਕਿ ਕੇਜਰੀਵਾਲ ਨੇ ਕਾਂਗਰਸ ਨਾਲ ਸਰਕਾਰ ਬਣਾਈ ਸੀ। ਫਿਰ ਦੂਜੀ ਗੱਲ ਹੈ, ਇਹਨਾਂ ਨੇ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਮਾਫੀ ਮੰਗੀ ਸੀ ਮਜੀਠੀਆ ਸਾਹਿਬ ਤੋਂ, ਸਭ ਨੂੰ ਪਤਾ, ਦੇਸ਼ ਤੇ ਮੰਗੀ ਸੀ। ਹੁਣ ਦੂਜੀ ਗੱਲ ਸੁਣੋ, ਦੂਜੀ ਗੱਲ ਸੁਣ ਲਓ ਤੁਸੀਂ, ਤੁਹਾਡੀ ਮੈਂ ਮਰਿਆਦਾ ਚ ਮੈਂ ਬੋਲ ਰਿਹਾ, ਮੈਂ ਕੋਈ ਅਲਫਾਜ਼ ਗਲਤ ਨਹੀਂ ਬੋਲ ਰਿਹਾ, ਤੁਸੀਂ ਜੋ ਮਰਜ਼ੀ ਬੋਲੀ ਜਾਓ। ਦੂਜੀ ਵਾਰੀ ਲੈਟਰ ਜਿਹੜਾ 850 ਕਰੋੜ ਰੁਪਇਆ ਜਿਹੜਾ ਦਿੱਲੀ ਦਾ ਸੀਗਾ, ਪੰਜਾਬ ਦੇ ਵਿੱਚ ਐਡਾਂ ਦੇ ਵਿੱਚ ਲਗਾਇਆ, ਉਹਦੀ ਮਾਫੀ ਤੁਸੀਂ ਫਿਰ ਮੰਗ ਲਈ ਦੂਜੀ ਵਾਰੀ। ਇਹ ਤੁਹਾਡਾ ਕਲਚਰ ਹੈ, ਮਾਫੀ ਮੰਗਣਾ, ਪਹਿਲਾਂ ਝੂਠ ਬੋਲ ਦੇਣਾ, ਫਿਰ ਮਾਫੀ ਮੰਗ ਲੈਣਾ। ਹੁਣ ਮੈਂ ਤੁਹਾਨੂੰ ਡਰ ਲੱਗਦਾ, ਤੁਹਾਨੂੰ ਪ੍ਰੋਫਿਟ ਚਾਹੀਦਾ, ਮਤਲਬ ਨਹੀਂ ਉੱਥੇ ਦਾ ਪੈਸਾ ਦੂਜੇ ਪਾਸੇ ਲਾ ਦੋਗੇ, ਨਹੀਂ ਉੱਥੇ ਦਾ ਪੈਸਾ ਤੁਸੀਂ ਦੂਜੇ ਪਾਸੇ ਲਾ ਦੋਗੇ। ਲਗਾਇਆ ਸਰਕਾਰ ਦਾ ਪੈਸਾ ਨਹੀਂ ਲਗਾਇਆ, ਤੁਹਾਡਾ ਪੈਸਾ ਨਹੀਂ ਹੈਗਾ, ਲੋਕਾਂ ਦਾ ਪੈਸਾ। ਤੁਹਾਡਾ ਕਿਹਦਾ ਪੈਸਾ? ਪਾਰਟੀ ਦੇ ਤੁਹਾਡਾ ਪੈਸਾ, ਲੋਕਾਂ ਦਾ ਪੈਸਾ ਹੈ, ਲੋਕਾਂ ਦੇ ਪੈਸੇ ਤੁਸੀਂ ਬਰਬਾਦ ਕਰੀ ਜਾਂਦੇ ਹੋ ਐਡਾ ਨਾ ਲਾ ਕੇ। ਹੁਣ ਅਜੀ ਪਹਿਲਾਂ ਮੈਂ ਕਹਿ ਰਿਹਾ ਮੈਨੂੰ ਚੁੱਪ ਕਰਾਓ, ਮੈਂ ਬੋਲਿਆ ਨਹੀਂ ਨਾ, ਇੱਕ ਵਾਰੀ ਨਹੀਂ ਬੋਲਿਆ, ਮੈਨੂੰ ਮੇਰੀ ਆਪ ਗੱਲ ਕੰਪਲੀਟ ਕਰ ਲੈਣ ਦਿਓ। ਮੈਂ ਕੋਈ ਤੁਹਾਨੂੰ ਬੇਵਕੂਫ ਨਹੀਂ ਕਿਹਾ, ਮੈਂ ਮੂਰਖ ਕਰੋ। ਫਿਰ ਮਲਹੋਤਰਾ ਸਾਹਿਬ ਮੈਂ ਆਉਂਗਾ ਤੁਹਾਡੇ ਕੋਲ, ਗੋਸ਼ਾ ਸਾਹਿਬ ਕੰਪਲੀਟ ਕਰ ਲਓ, 30 ਸੈਕਿੰਡ ਤੁਹਾਡੇ ਕੋਲ ਨੇ। ਕਾਂਗਰਸ ਸਰਕਾਰ ਨੇ 36000 ਮੁਲਾਜ਼ਮਾਂ ਦਾ ਅੱਜ ਤੱਕ ਨਹੀਂ ਜਵਾਬ ਦਿੱਤਾ, ਕਹਿੰਦੇ ਸਾਡੀ ਉਹ ਫਾਈਲ ਰੁਕੀ। ਤੁਸੀਂ ਅਨਅਫੀਸ਼ੀਅਲੀ ਕਰੋਗੇ ਤਾਂ ਫਾਈਲਾਂ ਰੁਕਣਗੀਆਂ। ਕੇਬਲ ਮਾਮਲੇ 'ਚ 3 ਕਰੋੜ ਲੋਕਾਂ ਨੂੰ ਤੁਸੀਂ ਧੋਖਾ ਦਿੱਤਾ, 100 ਰੁਪਏ ਦੀ ਕੇਬਲ ਕਹੀ ਸੀ। 3 ਕਰੋੜ ਲੋਕਾਂ ਨੂੰ ਤੁਸੀਂ ਰੇਤਾ ਦੇ ਮਾਮਲੇ 'ਚ ਧੋਖਾ ਦਿੱਤਾ, ਵੀ 5 ਰੁਪਏ ਕਹੀ ਸੀ। ਸ਼ਰਾਬ ਫੈਕਟਰੀਆਂ ਤੁਹਾਡੇ ਲੀਡਰਾਂ ਦੀਆਂ ਫੜੀਆਂ ਗਈਆਂ ਖੰਨੇ ਦੇ ਵਿੱਚ, ਕਰੋੜਾਂ ਰੁਪਏ ਦੀ ਤੁਸੀਂ ਐਡ ਲਗਾ ਦਿੱਤੀ ਪੰਜਾਬ ਦੇ ਵਿੱਚ 111 ਦਿਨ 'ਚ, ਵੀ ਪਤਾ ਨਹੀਂ ਕਿੰਨੇ ਕੰਮ ਕਰਦੇ, ਕੰਮ ਤੁਸੀਂ ਕੋਈ ਕੀਤਾ ਨਹੀਂ। ਤਾਂ ਹੀ ਤੁਹਾਨੂੰ ਐਲਾਨਜੀਤ ਕਹਿੰਦੇ 10 ਮਿੰਟ ਦਾ ਸਫ਼ਰ ਪਹਿਲੀ ਵਾਰ ਹੋਇਆ, 10 ਮਿੰਟ ਦਾ। ਚਲੋ ਠੀਕ ਆ ਗੋਸ਼ਾ ਸਾਹਿਬ, ਮੈਂ ਗੱਲ ਜਿਹੜੀ ਕਰ ਰਿਹਾ ਸੀ, ਮੈਂ ਇਲਜ਼ਾਮਬਾਜ਼ੀ ਠੀਕ ਹੈ, ਵੱਖ-ਵੱਖ ਪਾਰਟੀਆਂ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਗਾਉਂਦੀਆਂ ਨੇ। ਗੱਲ ਮੈਂ ਪੁਆਇੰਟ ਮੈਂ ਮਸਲੇ ਦੀ ਕਰਨਾ ਚਾਹੁੰਦਾ ਸੀ, ਕਿਉਂਕਿ ਸਿੱਟਾ ਨਿਕਲੇ, ਕਿਉਂਕਿ ਪ੍ਰਧਾਨ ਮੰਤਰੀ ਅੱਜ ਪਠਾਨਕੋਟ ਅਗਰ ਉਹ ਰੈਲੀ ਕਰ ਰਹੇ ਨੇ ਤਾਂ 1971 ਦਾ ਜ਼ਿਕਰ ਹੋ ਰਿਹਾ ਹੈ, ਪੁਰਾਣੇ ਟਾਈਮ ਦਾ 1947 ਦਾ ਜ਼ਿਕਰ ਹੋ ਰਿਹਾ ਹੈ। ਅੱਜ ਅਗਰ ਤੁਸੀਂ ਬੀਜੇਪੀ ਅਗਰ ਪੰਜਾਬ ਦੇ ਵਿੱਚ ਗੁਜਰਾਤ ਮਾਡਲ ਦਾ ਜ਼ਿਕਰ ਕਰਦੀ ਹੈ ਜਾਂ ਯੂਪੀ ਮਾਡਲ ਦਾ ਜ਼ਿਕਰ ਕਰਦੀ ਹੈ, ਤਾਂ ਬੀਜੇਪੀ ਉਹਦੇ ਵਿੱਚ ਕੀ ਕਾਮਯਾਬੀਆਂ ਹਾਸਿਲ ਕੀਤੀਆਂ ਨੇ, ਬੀਜੇਪੀ ਉਸ ਦਾ ਜ਼ਿਕਰ ਕਿਉਂ ਨਹੀਂ ਕਰਦੀ? ਬੀਜੇਪੀ ਅਗਰ 1947 ਦਾ ਜ਼ਿਕਰ ਕਰ ਰਹੀ ਹੈ, 71 ਦਾ, ਚਲੋ ਠੀਕ ਹੈ ਗੋਸ਼ਾ ਸਾਹਿਬ। ਮੈਂ ਆਮ ਆਦਮੀ ਪਾਰਟੀ ਦੇ ਆਰਪੀਐਸ ਮਲਹੋਤਰਾ ਜੁੜੇ ਹੋਏ ਨੇ। ਮਲਹੋਤਰਾ ਸਾਹਿਬ, ਆਮ ਆਦਮੀ ਪਾਰਟੀ ਹੁਣ ਕਿਸ ਤਰੀਕੇ ਨਾਲ ਤੁਸੀਂ ਮਹਿਲਾਵਾਂ ਦੇ ਲਈ 1000 ਰੁਪਏ ਦੀ ਗੱਲ ਕਰ ਰਹੇ ਹੋ, ਮੁਫਤ ਬਿਜਲੀ ਦੀ ਗੱਲ ਕਰ ਰਹੇ ਹੋ, ਯੂਨਿਟਾਂ ਦੀ ਗੱਲ ਕਰ ਰਹੇ ਹੋ, ਇਸ ਦੇ ਨਾਲ ਹੋਰ ਵੀ तमाम ਚੀਜ਼ਾਂ ਦੀ ਫ੍ਰੀ ਬੀਜ ਦੀ ਗੱਲ ਹੋ ਰਹੀ ਹੈ। ਕਿਸਾਨੀ ਲਈ ਤੁਹਾਡਾ ਮਾਡਲ ਕੀ ਹੈ? ਦੇਖੋ, ਕਿਸਾਨੀ ਦੇ ਲਈ ਸਾਡਾ ਮਾਡਲ, ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ 100% ਹੱਕ ਵਿੱਚ ਹੈਗੇ ਆ ਕਿ ਕਿਸਾਨਾਂ ਬਿੱਲ ਲਾਗੂ ਕਰਤਾ ਸੀ, ਉਹਨਾਂ ਦੀ ਪਹਿਲਾਂ ਬਿੱਲ ਤਾਂ ਡੀਨੋਟੀਫਾਈ ਕਰ ਦਿਓ ਜੀ ਦਿੱਲੀ 'ਚ, ਉਹ ਬਿੱਲ ਵਾਪਸ ਹੋ ਗਏ ਨੇ। ਮਲਹੋਤਰਾ ਸਾਹਿਬ ਉਹ ਡੀਨੋਟੀਫਾਈ ਕਰ ਦਿਓ, ਜਿਹੜੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਕੀਤੀ ਆ। ਲਾਲੀ ਸਾਹਿਬ ਕਰ ਲੈਣ ਉਹਨਾਂ ਨੂੰ, ਮੈਂ ਤੁਹਾਡੇ ਕੋਲ ਰਿਐਕਸ਼ਨ ਲਵਾਂਗਾ। ਲਾਲੀ ਸਾਹਿਬ, ਮਲਹੋਤਰਾ ਸਾਹਿਬ ਤੁਹਾਨੂੰ ਵੀ ਆਪਣੀ ਵਾਰੀ ਤੇ ਬੋਲਣਾ ਚਾਹੀਦਾ ਸੀਗਾ, ਤੁਸੀਂ ਵੀ ਨਾ ਵਿੱਚ ਬੋਲਿਆ ਕਰੋ। ਸੁਣ ਲਓ ਨਾ, ਮੇਰਾ ਜਵਾਬ ਸੁਣ ਲਓ। ਦੇਖੋ, ਲੋਕਾਂ ਨੂੰ ਧੋਖਾ ਦਿੱਤਾ ਹੈ। ਆਮ ਆਦਮੀ ਪਾਰਟੀ ਸਵਾਮੀਨਾਥਨ ਕਮਿਸ਼ਨ ਰਿਪੋਰਟ ਦੇ ਪੂਰੇ ਹੱਕ ਵਿੱਚ ਹੈਗੀ ਹੈ। ਦਿੱਲੀ ਚ ਸਵਾਮੀਨਾਥਨ ਰਿਪੋਰਟ ਤੇ ਵੀ ਆ ਜਾਓ, ਪਹਿਲਾਂ ਡੀਨੋਟੀਫਾਈ ਕਰ ਲਓ ਉਹਨੂੰ। ਜਿਹੜੇ 3 ਬਿੱਲ ਲਾਗੂ ਤੁਸੀਂ ਸਭ ਤੋਂ ਪਹਿਲਾਂ ਲਾਗੂ ਕੀਤੇ ਨੇ ਦਿੱਲੀ 'ਚ, ਦਿੱਲੀ ਮਾਡਲ, ਠੀਕ ਹੈ, ਹੁਣ ਉਹ ਵੀ ਵੱਧ ਗਿਆ ਹੈਗਾ। ਠੀਕ ਹੈ, ਬਾਕੀ ਜਿਹੜਾ ਇਹ ਕਹਿ ਰਹੇ ਨੇ ਬਿੱਲਾਂ ਨੂੰ ਨੋਟੀਫਾਈ ਕਰਨ ਦਾ, ਮੈਂ ਆਪ ਪੜ੍ਹਿਆ ਹੈਗਾ, ਤੁਸੀਂ ਪੜ੍ਹ ਲਓ। ਉਸ ਵਿੱਚ ਲਿਖਿਆ ਹੈ ਦਿੱਲੀ ਵਿੱਚ 1999 ਦੇ ਕਾਨੂੰਨ ਲਾਗੂ ਹੈ, ਉਸ ਕਿਧਰੇ ਨਹੀਂ ਲਿਖਿਆ ਕਿ ਨਵੇਂ ਖੇਤੀ ਕਾਨੂੰਨ ਲਾਗੂ ਕੀਤੇ ਜਾਂਦੇ ਹੈ। ਪੜੋ ਜਰਾ, ਗੁੰਮਰਾਹ ਨਾ ਕਰੋ ਲੋਕਾਂ ਨੂੰ। ਬਾਕੀ ਮਲਹੋਤਰਾ ਸਾਹਿਬ ਜਿਹੜਾ ਸਫੈਦ ਝੂਠ ਬੋਲਣਾ ਬੰਦ ਕਰੋ। ਸਾਡੇ ਕੋਲ ਸਾਰੀਆਂ ਕਲਿੱਪਸ ਨੇ ਕੇਜਰੀਵਾਲ ਦੀਆਂ ਵੀ, ਉਹ ਕੀ ਸਮੇਂ ਬੰਦੇ ਕਹਿੰਦਾ ਰਿਹਾ। ਤੁਹਾਨੂੰ ਭੇਜ ਦਾਂਗਾ, ਪੜੋ ਜਰਾ। ਝੂਠਾਂ ਦਾ ਖਿਤਾਬ ਦੇ ਸਕਦਾ ਤੇ ਜਿਹੜੇ ਨਵੇਂ ਇਹ ਕਦੋਂ ਤੋਂ ਜਿਹੜੀ ਨੋਟੀਫਿਕੇਸ਼ਨ ਕਿਸੇ ਨੇ ਅਜੇ ਕੀਤੀ ਨਹੀਂ, ਤੁਸੀਂ ਪਹਿਲਾਂ ਹੀ ਕਰ ਦਿੱਤੀ। ਕਾਂਗਰਸ ਦੇ ਬੁਲਾਰੇ ਜਿਹੜੇ ਰੈਵਨਿਊ ਦੀ ਗੱਲ ਕਰਦੇ ਹੈਗੇ ਹੈ, ਦੇਖੋ ਪੰਜਾਬ ਵਿੱਚ 60,000 ਰੁਪਇਆ ਪ੍ਰਤੀ ਵਿਅਕਤੀ ਖਰਚ ਹੁੰਦਾ ਹੈ ਹਰ ਸਾਲ। ਦਿੱਲੀ ਸਿਰਫ 30,000 ਰੁਪਇਆ ਪ੍ਰਤੀ ਵਿਅਕਤੀ ਖਰਚ ਹੁੰਦਾ ਹੈ, ਔਰ ਉਸ ਵਿੱਚ ਕਿੰਨਾ ਕੁਝ ਦਿੱਲੀ ਦੇ ਲੋਕਾਂ ਨੂੰ ਮਿਲਦਾ ਹੈ। ਮੁਫਤ ਪਾਣੀ, ਮੁਫਤ ਬਿਜਲੀ, ਮੁਫਤ ਸਿੱਖਿਆ, ਮੁਫਤ ਇਲਾਜ, ਪੈਨਸ਼ਨਾਂ, ਬੇਰੋਜ਼ਗਾਰੀ ਭੱਤੇ। ਦੇਖਿਆ ਸੀ ਲੋਕਾਂ ਨੇ ਕੋਵਿਡ 'ਚ ਲੋਕਾਂ ਨੂੰ ਮਰਦੇ ਹੋਏ, ਸ਼ਮਸ਼ਾਨ ਘਾਟਾਂ 'ਚ ਜਗ੍ਹਾ ਨਹੀਂ ਮਿਲਦੀ ਸੀ। ਬੇਸਿਕਲੀ ਜਿਹੜਾ ਭ੍ਰਸ਼ਟਾਚਾਰ ਹੈ, ਚੋਰੀ ਹੈ, ਕਾਂਗਰਸ ਦੇ ਮਲਹੋਤਰਾ ਸਾਹਿਬ 25,000 ਰੁਪਇਆ ਦੇ ਕੇ ਐਂਬੂਲੈਂਸ ਨੂੰ 4 ਕਿਲੋਮੀਟਰ ਦੇ ਵਿੱਚ ਮੇਰੇ ਰਿਸ਼ਤੇਦਾਰ ਦਾ ਸੰਸਕਾਰ ਹੋਇਆ। ਇੱਕ ਮਿੰਟ ਜੀ, 4 ਕਿਲੋਮੀਟਰ ਦਾ। ਠੀਕ ਹੈ ਮਲਹੋਤਰਾ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਦਿੱਲੀ ਦੇ ਵਿੱਚ ਤੁਸੀਂ ਕੰਮ ਕੀਤਾ ਹੈ, ਤੁਸੀਂ ਇਸ ਚੀਜ਼ ਦਾ ਜ਼ਿਕਰ ਕਰ ਰਹੇ ਹੋ ਕਿ ਮੁਫਤ ਵਾਲੀ ਗੱਲ ਜਿਹੜੀ ਆ ਉਹ ਦਿੱਲੀ 'ਚ ਕਰ ਪਾਈ ਹੈ। ਚਲੋ ਕਾਂਗਰਸ ਦੇ ਬੁਲਾਰੇ ਕੋ ਜਾਊਂਗਾ, ਵਿਨੋਦ ਭਾਰਤੀ ਜੀ।
ਪੰਜਾਬ ਦਾ ਮਰਜ਼ ਜਿਹੜਾ ਹੈ ਉਸ ਨੂੰ ਸਮਝ ਪਾਏ ਹੋ? 5 ਸਾਲ ਹੁਣ ਤੁਹਾਡੀ ਸਰਕਾਰ ਰਹੀ ਹੈ, 2 ਮੁੱਖ ਮੰਤਰੀ ਬਦਲ ਦਿੱਤੇ ਨੇ, 2 ਪ੍ਰਧਾਨ ਬਦਲ ਦਿੱਤੇ ਨੇ। ਪੰਜਾਬ ਦਾ ਮਰਜ਼ ਸਮਝ ਪਾਏ ਹੋ ਕਿ ਪੰਜਾਬ ਦੀ ਚ ਸਮੱਸਿਆ ਕੀ ਹੈਗੀ ਹੈ? ਕਿਉਂਕਿ ਮੈਨੂੰ ਯਾਦ ਹੈ ਖਜ਼ਾਨਾ ਮੰਤਰੀ ਲਗਾਤਾਰ ਇੱਕੋ ਹੀ ਗੱਲ ਕਹਿੰਦੇ ਰਹਿੰਦੇ ਨੇ ਕਿ ਖਜ਼ਾਨਾ ਖਾਲੀ ਹੈ। ਅਗਰ ਦੁਬਾਰਾ ਤੋਂ ਹੁਣ ਤੁਸੀਂ ਦੁਬਾਰਾ ਕੈਂਪੇਨਿੰਗ ਕਰ ਰਹੇ ਹੋ, ਅਗਰ ਸਰਕਾਰ ਆਉਂਦੀ ਹੈ ਦੁਬਾਰਾ 22 ਚ, ਤਾਂ ਜੇ ਖਜ਼ਾਨਾ ਮੰਤਰੀ ਦੁਬਾਰਾ ਇਹ ਕਹਿਣਗੇ ਕਿ ਖਜ਼ਾਨਾ ਖਾਲੀ ਆ, ਹਲੇ ਸਾਨੂੰ ਭਰਨ ਚ ਟਾਈਮ ਲੱਗੇਗਾ, ਫਿਰ ਉਸ ਹਾਲਤ ਦੇ ਵਿੱਚ ਸੂਬਾ ਕੀ ਕਰੇਗਾ? ਇਹਨਾਂ ਨੇ ਹੋਰ ਖਾਲੀ ਕਰ ਹੋਰ ਐਂਟਰ ਕਰਵਾ ਲਿਓ ਜੀ। ਮੈਂ ਧਾਰਨੀ ਸਾਹਿਬ ਮੈਂ ਲਊਂਗਾ ਤੁਹਾਡਾ ਰਿਐਕਸ਼ਨ ਜ਼ਰੂਰ ਲਊਂਗਾ ਮੈਂ। ਧਾਰਨੀ ਸਾਹਿਬ ਤੁਹਾਡਾ ਰਿਐਕਸ਼ਨ ਹੋਲਡ ਕਰੋ 15 ਮਿੰਟ ਚ ਕਰਨਾ ਡਿਬੇਟ ਚ। ਚਲੋ ਧਾਰਨੀ ਸਾਹਿਬ ਤੁਸੀਂ ਸਵਾਲ ਕਰੋ। ਬਾਕੀ 36000 ਜਿਹੜੀ ਨੌਕਰੀ ਦੀ ਗੱਲ ਕਰਦੇ ਆ ਕਿ ਉਹ ਤਾਂ ਗਵਰਨਰ ਨੇ ਰੋਕਤੀ। ਮੈਂ ਇਹਨਾਂ ਨੂੰ ਪੁੱਛਦਾ ਕਿ ਜਿਹੜਾ 125 ਕਰੋੜ ਰੁਪਇਆ ਪੰਜਾਬੀ ਯੂਨੀਵਰਸਿਟੀ ਨੂੰ ਅਨਾਉਂਸ ਕਰਕੇ ਆਏ ਸੀ, 20 ਕਰੋੜ ਰੁਪਇਆ ਅਲੱਗ ਕਰਕੇ ਆਏ ਸੀ, ਕਿ ਉਹ ਦਿੱਤਾ ਕਿ ਉਹ ਵੀ ਗਵਰਨਰ ਨੇ ਰੋਕਤਾ? ਇਹ ਜ਼ਰੂਰ ਦੱਸਿਓ ਕਿਉਂਕਿ ਪੜ੍ਹੇ ਲਿਖਿਆਂ ਦਾ ਮਸਲਾ ਹੈ। ਚਲੋ ਠੀਕ ਹੈ, ਦੋ ਭਾਰਤੀ ਸਾਹਿਬ ਜਵਾਬ ਦਿਓ। ਦੇਖੋ ਗੱਲ ਇਹ ਹੈ ਵੀ ਇਹ ਇੱਛਾ ਸ਼ਕਤੀ ਜਿਹੜੀ ਹੈ ਕੰਮ ਕਰਨ ਦੀ, ਉਹ ਪੂਰੀ ਜ਼ੋਰ ਤੇ ਹੈ ਕਾਂਗਰਸ ਪਾਰਟੀ ਦੇ ਅੰਦਰ। ਹੈਲੀਕਾਪਟਰ ਦੇ ਵਿੱਚ ਬੈਠ ਕੇ ਤਾਂ ਅਸੀਂ 20 ਲੱਖ ਪਰਿਵਾਰਾਂ ਦਾ 1500 ਕਰੋੜ ਰੁਪਇਆ ਕੋਵਿਡ 'ਚ ਜਿਹੜੇ ਲੋਕ ਬਿਜਲੀ ਦੇ ਬਿੱਲ ਨਹੀਂ ਸੀ ਦੇ ਸਕੇ ਉਹ ਮਾਫ ਕੀਤਾ। 1500 ਕਰੋੜ ਰੁਪਇਆ। ਉਹ ਮਹਾਰਾਜ ਝੂਠ ਨਾ ਬੋਲੋ, ਨਾ ਝੂਠ ਬੋਲੋ। ਵਿਆਜ ਵੀ ਲਾਈ ਬਿੱਲਾਂ ਤੇ, ਵਿਆਜ ਵੀ ਲਾਈ। ਭਾਰਤੀ ਗੋਸ਼ਾ ਸਾਹਿਬ ਉਹਨਾਂ ਨੂੰ ਕੰਪਲੀਟ ਕਰ ਲੈਣ ਦਿਓ ਨਾ। ਗੋਸ਼ਾ ਸਾਹਿਬ ਹੁਣ ਤੁਸੀਂ ਆਪਣੀ ਵਾਰੀ ਤੇ ਬੋਲੇ ਹੋ, ਹੁਣ ਕੰਪਲੀਟ ਕਰ ਲੈਣ ਦਿਓ ਉਹਨਾਂ ਨੂੰ। ਦੇਖੋ ਆਪਾਂ ਡਿਬੇਟ ਤਰੀਕੇ ਨਾਲ ਕਰੀਏ ਨਾ ਤਾਂ ਕਿ ਲੋਕਾਂ ਤੱਕ ਗੱਲ ਪਹੁੰਚ ਸਕੇ। ਚਲੋ ਭਾਰਤੀ ਸਾਹਿਬ ਕੰਪਲੀਟ ਕਰੋ। 5 ਬੰਦੇ ਬੈਠੇ ਕਿਸੇ ਦਾ ਬਿੱਲ ਮਾਫ ਹੋਇਆ? ਭਾਰਤੀ ਸਾਹਿਬ ਕੰਪਲੀਟ ਕਰੋ। ਜਿਹੜੇ 5 ਬੰਦੇ ਬੈਠੇ ਕਿਸੇ ਦਾ ਬਿੱਲ ਮਾਫ ਹੋਇਆ? ਫਿਰ ਤੁਸੀਂ ਕਿਉਂ ਬੋਲਦੇ ਹੋ ਜੀ? ਉਲਟਾ ਵਾਧੂ ਲੱਗ ਕੇ ਆ ਰਿਹਾ, 3 ਗੁਣਾ ਲੱਗ ਕੇ ਆ ਰਿਹਾ, ਕੋਈ ਮਾਫ ਨਹੀਂ ਹੋਇਆ। ਫਿਰ ਤੁਸੀਂ ਕਿਉਂ ਗੱਲ ਕਰਦੇ ਹੋ? ਫਿਰ ਤੁਹਾਨੂੰ ਸਾਡੇ ਬੋਲਣ ਨਾਲ ਤਕਲੀਫ ਹੁੰਦੀ ਹੈ। ਤੁਸੀਂ ਗੱਲ ਸੁਣ ਤਾਂ ਲਓ, ਤੁਹਾਡੇ 'ਚ ਪੇਸ਼ੈਂਸ ਹੋਣੀ ਚਾਹੀਦੀ ਹੈ ਕੁਝ ਗੱਲ ਸੁਣਨ ਦੀ। ਚਲੋ ਭਾਰਤੀ ਸਾਹਿਬ ਕੰਪਲੀਟ ਕਰੋ, ਤੁਸੀਂ ਕੰਪਲੀਟ ਕਰੋ, ਫਿਰ ਮੈਂ ਲਾਲੀ ਸਾਹਿਬ ਕੋਲ ਆਉਂਗਾ। 1500 ਕਰੋੜ ਰੁਪਇਆ ਮਾਫ ਕੀਤਾ। ਇਹ ਕਹਿੰਦੇ ਜੀ ਵਿਆਜ ਵਿੱਚ ਲੱਗ ਗਿਆ। ਮੈਂ ਕਹਿੰਦਾ ਵਿਆਜ ਵੀ ਵਿੱਚ ਲੱਗ ਗਿਆ ਹੋਵੇ, 1500 ਕਰੋੜ ਮਾਫ ਤਾਂ ਕੀਤਾ, ਪਰ ਵਿਆਜ ਵਾਲੀ ਗੱਲ ਵੀ ਤੁਹਾਡੀ ਗਲਤ ਪ੍ਰਾਪੇਗੰਡਾ ਨਾ ਕਰੋ। 3 ਰੁਪਏ ਪਰ ਯੂਨਿਟ ਅਸੀਂ ਰੇਟ ਘਟਾਤਾ। 3316 ਕਰੋੜ ਰੁਪਇਆ 70 ਲੱਖ ਪਰਿਵਾਰਾਂ। ਔਰ ਤੁਸੀਂ ਕਹਿੰਦੇ ਹੋ ਕਿ ਕੀਤਾ ਕੁਛ ਨਹੀਂ। ਜਿਹੜੀ ਉਹ ਜਨਾਬ 4.5 ਸਾਲ ਲੁੱਟਵਾਉਂਦੇ ਰਹੇ ਹੋ, ਪੌਣੇ 5 ਸਾਲ ਲੁੱਟਵਾਉਂਦੇ ਰਹੇ ਹੋ ਪੰਜਾਬ ਨੂੰ, ਪੰਜਾਬੀਆਂ ਨੂੰ। ਉਹ ਕਿਉਂ ਲੁੱਟਵਾਇਆ? ਛੱਜ ਤਾਂ ਬੋਲੇ, ਚਾਨਣੀ ਕੀ ਬੋਲੇ। ਅੱਛਾ ਭਾਰਤੀ ਸਾਹਿਬ ਇੱਕ ਗੱਲ ਦਾ ਜਵਾਬ ਦਿਓ। ਭਾਰਤੀ ਸਾਹਿਬ ਇੱਕ ਗੱਲ ਦਾ ਜਵਾਬ ਦਿਓ। ਤੁਸੀਂ ਇੱਛਾ ਸ਼ਕਤੀ ਦੀ ਗੱਲ ਕਰਦੀ ਹੈ ਕਾਂਗਰਸ, ਤੁਸੀਂ ਕਿਹਾ ਕਿ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ। ਭਾਰਤੀ ਸਾਹਿਬ ਇੱਕ ਗੱਲ ਦਾ ਜਵਾਬ ਦਿਓ। ਤੁਸੀਂ ਕਹਿ ਰਹੇ ਹੋ ਕਿ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ, ਮੈਨੂੰ ਇਹ ਦੱਸੋ ਇੱਛਾ ਸ਼ਕਤੀ ਹੋਣੀ ਕਿਹਦੇ ਚਾਹੀਦੀ ਹੈ? ਤੁਹਾਡੇ ਤਾਂ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਆ ਵੀ ਮੈਂ ਤਾਂ ਸਰਵੇ ਕਰਾ ਲਿਆ ਜੀ, ਅਸੀਂ ਤਾਂ 100 ਸੀਟ ਲੈ ਕੇ ਜਾ ਰਹੇ ਹਾਂ ਜੀ, ਆਈਆਂ ਸੀਟਾਂ 20। ਹੁਣ ਤੁਸੀਂ ਫੇਰ ਕਹਿੰਦੇ ਹੋ ਜੀ ਸਰਵੇ। ਅੱਛਾ ਭਾਰਤੀ ਸਾਹਿਬ ਮੈਨੂੰ ਇਹ ਦੱਸੋ ਵੀ ਇੱਛਾ ਸ਼ਕਤੀ ਕਿਹਦੇ 'ਚ ਹੋਣੀ ਚਾਹੀਦੀ ਹੈ? ਅਗਰ ਮੇਰੇ ਤੱਕ ਤੁਹਾਡੇ ਤੱਕ ਆਵਾਜ਼ ਮੇਰੀ ਪਹੁੰਚ ਰਹੀ ਹੈ, ਮੈਨੂੰ ਇਹ ਦੱਸੋ ਕਿ ਇੱਛਾ ਸ਼ਕਤੀ ਕਿਹਦੇ 'ਚ ਹੋਣੀ ਚਾਹੀਦੀ ਹੈ? ਮੁੱਖ ਮੰਤਰੀ 'ਚ? ਲੁੱਟਣ ਦੀ ਚੰਨੀ ਸਾਹਿਬ ਨੇ ਜਿੱਦਾਂ ਭਾਂਜੇ ਨੇ 10 ਕਰੋੜ ਦੇ ਮਿਲਿਆ ਨਾ, ਉਦਾਂ ਹੀ ਇੱਛਾ ਸ਼ਕਤੀ ਹੋਣੀ ਚਾਹੀਦੀ। ਇੱਛਾ ਸ਼ਕਤੀ ਮੁੱਖ ਮੰਤਰੀ 'ਚ ਹੋਣੀ ਚਾਹੀਦੀ ਹੈ। ਜਿਹੜੇ ਬੰਦੇ ਤੋਂ ਪੈਸੇ ਮਿਲੇ ਨੇ ਉਹਦੇ ਤੇ ਐਕਸ਼ਨ ਹੋ ਰਿਹਾ ਹੈ। ਉਹ ਜੋ ਭਾਰਤੀ ਸਾਹਿਬ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਭਾਰਤੀ ਸਾਹਿਬ ਇੱਕ ਗੱਲ ਦਾ ਜਵਾਬ ਦਿਓ ਕਿ ਅਗਰ ਮੁੱਖ ਮੰਤਰੀ ਕੋਲ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ, ਭਾਰਤੀ ਸਾਹਿਬ ਇੱਕ ਗੱਲ ਦਾ ਜਵਾਬ ਦਿਓ ਕਿ ਅਗਰ ਮੁੱਖ ਮੰਤਰੀ ਦੇ ਕੋਲ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਤਾਂ ਮੁੱਖ ਮੰਤਰੀ ਆਪਣੀ ਮਰਜ਼ੀ ਦੇ ਨਾਲ ਡੀਜੀਪੀ ਔਰ ਏਜੀ ਨੂੰ ਕਿਉਂ ਨਹੀਂ ਲਵਾ ਸਕਦਾ? 3 ਡੀਜੀਪੀ ਔਰ ਏਜੀਪੀ ਬਦਲ ਦਿੱਤੇ ਜਾਂਦੇ ਨੇ। ਦੇਖੋ ਗੱਲ ਇਹ ਹੈ ਕਿ ਉਹ ਪਾਰਟੀ ਕਦੀ ਨਹੀਂ ਚਲਦੀ ਜਿਹਦੇ ਅੰਦਰ ਇੰਟਰਨਲ ਡੈਮੋਕ੍ਰੇਸੀ ਨਾ ਹੋਵੇ, ਕਿਉਂਕਿ ਅਕਾਲੀ ਦਲ ਦੀ ਤਰ੍ਹਾਂ ਇਹ ਕੋਈ ਪ੍ਰਾਈਵੇਟ ਲਿਮਟਿਡ ਕੰਪਨੀ ਨਹੀਂ ਹੈਗੀ। ਇਹ ਬੀਜੇਪੀ ਦੀ ਤਰ੍ਹਾਂ ਕਾਂਗਰਸ ਦੀ ਤਾਂ ਲਿਮਟਿਡ ਹੈ, ਅਕਾਲੀ ਦਲ ਕਾਂਗਰਸ ਦੋਨੋਂ ਦੀ ਲਿਮਟਿਡ ਹੀ ਹੈ। ਚਲੋ ਲਾਸਟ ਰਿਐਕਸ਼ਨ ਹੈ, ਲਾਸਟ ਰਿਐਕਸ਼ਨ ਮੈਂ ਲਾਲੀ ਜੀ को ਲਊਂਗਾ। ਲਾਲੀ ਸਾਹਿਬ ਲਾਸਟ ਰਿਐਕਸ਼ਨ ਤੁਹਾਡਾ ਚਾਹੂੰਗਾ, तो मैं वाइंड अप करूंगा। फिर मैं ਇਹਨਾਂ ਨੇ ਸਾਰੇ ਪੰਜਾਬੀ ਯੂਨੀਵਰਸਿਟੀ ਦੇ ਮੁਤਾਬਕ ਹਰ ਆਦਮੀ ਨੂੰ ਗੱਲ ਕਹਿਣ ਦਾ ਹੱਕ ਹੈ। ਔਰ ਕਹਿ ਲੈਣ ਦਿਓ, ਪਤਾ 4.5 ਸਾਲ ਦੇਖਿਆ ਤਮਾਸ਼ਾ ਸੀ। ਉਹਦੇ ਮੁਤਾਬਕ ਕੰਮ। ਚਲੋ ਠੀਕ ਹੈ, ਮੇਰੇ ਕੋ ਸਮਾਂ ਸਮਾਪਤ ਹੋ ਚੱਲਿਆ। ਸ਼੍ਰੋਮਣੀ ਅਕਾਲੀ ਦਲ ਤੋਂ ਅਮਨਦੀਪ ਸਿੰਘ ਧਾਰਨੀ ਜੁੜੇ, ਕਾਂਗਰਸ ਤੋਂ ਵਿਨੋਦ ਭਾਰਤੀ, ਬੀਜੇਪੀ ਤੋਂ ਗਗਨਦੀਪ ਗੋਸ਼ਾ, ਸੰਯੁਕਤ ਸਮਾਜ ਮੋਰਚੇ ਤੋਂ ਤਰਲੋਚਨ ਲਾਲੀ ਔਰ ਆਮ ਆਦਮੀ ਪਾਰਟੀ ਤੋਂ ਆਰਪੀਐਸ ਮਲਹੋਤਰਾ ਜੁੜੇ। तमाम ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਗੱਲਬਾਤ ਕਰ ਰਹੇ ਸੀ ਕਿ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਗੱਲ ਕਰ ਰਹੇ ਸੀ ਕਿ ਵੱਖ-ਵੱਖ ਪਾਰਟੀਆਂ ਉਹਨਾਂ ਮੁੱਦਿਆਂ ਨੂੰ ਲੈ ਕੇ ਵਾਅਦੇ, ਐਲਾਨ, ਚੋਣ ਮਨੋਰਥ ਪੱਤਰ, ਮੈਨੀਫੈਸਟੋ, तमाम ਚੀਜ਼ਾਂ ਜਾਰੀ ਹੋ ਰਹੀਆਂ ਨੇ। ਹਲਕਿਆਂ ਦੇ ਵਿੱਚ ਪ੍ਰਚਾਰ ਕੀਤੇ ਜਾ ਰਹੇ ਨੇ। ਪ੍ਰਚਾਰ ਵੀ
ਆਖਰੀ ਦੌਰਾਂ ਦੇ ਵਿੱਚ ਪ੍ਰਚਾਰ ਹੈਗਾ ਪਾਰਟੀਆਂ ਦਾ। ਔਰ ਕਈ ਮਸਲੇ ਨੇ, ਖਾਸ ਤੌਰ ਤੇ ਜਿਵੇਂ ਪੰਜਾਬ ਕਿਸਾਨੀ ਪ੍ਰਧਾਨ ਸੂਬਾ ਹੈ ਤਾਂ ਕਿਸਾਨੀ ਦਾ ਮਸਲਾ ਹੈਗਾ ਜਿਸ ਨੂੰ ਐਡਰੈਸ ਕਰਨਾ ਬਹੁਤ ਜ਼ਰੂਰੀ ਹੈ। ਇੱਕ ਲੰਬਾ ਸੰਘਰਸ਼ ਵੀ ਲੜਿਆ ਕਿਸਾਨਾਂ ਨੇ। ਕਿਸਾਨੀ ਦਾ ਮਸਲਾ ਹੈਗਾ, ਇਸ ਦੇ ਨਾਲ ਰੋਜ਼ਗਾਰ ਦਾ ਮਸਲਾ ਹੈਗਾ, ਨੌਜਵਾਨਾਂ ਦਾ ਮਸਲਾ ਹੈਗਾ, ਪ੍ਰਵਾਸ ਹੋ ਰਿਹਾ ਜਿਹੜਾ ਪੰਜਾਬ ਤੋਂ ਬਾਹਰ ਦੇ ਮੁਲਕਾਂ ਨੂੰ ਪ੍ਰਵਾਸ ਹੋ ਰਿਹਾ, ਉਹ ਆਪਣੇ ਆਪ ਦੇ ਵਿੱਚ ਕਾਫੀ ਗੰਭੀਰ ਸਮੱਸਿਆ ਬਣੀ ਹੋਈ ਹੈ। ਪਰ ਜਿਸ ਤਰੀਕੇ ਨਾਲ ਚੋਣ ਪ੍ਰਚਾਰ ਹੋ ਰਹੇ ਨੇ ਪੰਜਾਬ ਦੇ ਵਿੱਚ, ਵੱਖ-ਵੱਖ ਪਾਰਟੀਆਂ ਚੋਣ ਪ੍ਰਚਾਰ ਕਰ ਰਹੀਆਂ ਨੇ, ਕੋਈ 1971 ਦਾ ਜ਼ਿਕਰ ਕਰ ਰਿਹਾ, ਕੋਈ ਕਿਸੇ ਹੋਰ ਚੀਜ਼ ਦਾ ਜ਼ਿਕਰ ਕਰ ਰਿਹਾ, ਉਹ ਕਾਫੀ ਆਪਣੇ ਆਪ ਦੇ ਵਿੱਚ ਚਿੰਤਾਜਨਕ ਗੱਲ ਹੈਗੀ ਹੈ। ਕਿਉਂਕਿ ਅਗਰ ਵਿਕਾਸ ਦੀ ਗੱਲ ਹੋਵੇ ਤਾਂ ਫਿਰ ਵਿਕਾਸ ਦੇ ਮਾਡਲ ਦੀ ਗੱਲ ਹੋਣੀ ਚਾਹੀਦੀ ਹੈ, ਵਿਕਾਸ ਦੀ ਗੱਲ ਹੋਣੀ ਚਾਹੀਦੀ ਹੈ, ਕਿਹੜੇ ਪੁਆਇੰਟਸ ਨੂੰ ਲੈ ਕੇ ਵਿਕਾਸ ਕੀਤਾ ਜਾਏਗਾ ਉਹ ਠੋਸ ਹੋਣਾ ਚਾਹੀਦਾ ਹੈ, ਜਾਂ ਮੁਫਤਖੋਰੀ ਦੀ ਗੱਲ ਹੋ ਰਹੀ ਹੈ ਜਾਂ ਪੁਰਾਣਾ ਇਤਿਹਾਸ ਹੈ ਜਿਹੜਾ ਉਸ ਨੂੰ ਪੱਟਿਆ ਜਾ ਰਿਹਾ ਹੈ। ਸੋ ਫਿਲਹਾਲ ਇਸ ਡਿਬੇਟ ਦੇ ਵਿੱਚ ਇੰਨਾ ਹੀ। ਮੈਨੂੰ ਬਲਦੀਪ ਸਿੰਘ ਨੂੰ ਦੇ ਇਜਾਜ਼ਤ ਤੇ ਜੁੜੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ।